ਪੱਛਮੀ ਬੰਗਾਲ ਦੇ ਨਤੀਜਿਆਂ ਨੇ ਸਿਆਸੀ ਮਾਇਨੇ ਬਦਲ ਦਿੱਤੇ ਨੇ ਕਿ ਖੇਤਰੀ ਪਾਰਟੀਆਂ ਤੇ ਇਸ ਦਾ ਅਸਰ ਹੋਵੇਗਾ। ਆਰਐਸਐਸ ਦੇ ਲੋਕ ਬਹੁਤ ਵੱਡੇ ਪੱਧਰ ਤੇ ਗਏ ਹੋਏ ਸੀ, ਜਿਹੜੇ ਲਗਭਗ ਮੰਨ ਰਹੇ ਸੀ, ਇਸੇ ਕਰਕੇ ਮੋਦੀ ਇਹਨਾਂ ਕੌਨਫੀਡੈਂਟ ਸੀ ਕਿ ਧਾਰਮਿਕ ਧਰੁਵੀਕਰਨ ਹੋ ਚੁੱਕਿਆ ਹੈ। ਕੀ ਸੁਖਬੀਰ ਬਾਦਲ ਮਮਤਾ ਬੈਨਰਜੀ ਵਾਂਗੂ ਲੜ ਸਕਦੇ ਨੇ? ਕੀ ਪੰਜਾਬ ਦੀਆਂ ਸੱਥਾਂ 'ਚ, ਛੋਟੀਆਂ-ਛੋਟੀਆਂ ਦੁਕਾਨਾਂ 'ਚ, ਹਰ ਥਾਂ ਦੇ ਉੱਤੇ ਤੁਹਾਡਾ ਕੇਡਰ ਜਿਹੜਾ ਗਰਾਊਂਡ ਦੇ ਉੱਤੇ ਬੈਠਾ, ਉਹ ਇੱਕ ਨੈਰੇਟਿਵ ਬਿਲਡ ਕਰਨ ਜਾਣਦਾ, ਉਹ ਇੱਕ ਓਪੀਨੀਅਨ ਮੇਕਰ ਹੈ, ਉਹ ਓਪੀਨੀਅਨ ਬਿਲਡ ਕਰ ਸਕਦਾ ਹੈ। ਤਾਂ ਜੇ ਲੀਡਰ ਮਮਤਾ ਬੈਨਰਜੀ ਵਰਗੀ ਹੈ ਤਾਂ ਫਿਰ ਰਿਜ਼ਲਟ ਵੀ ਪੱਛਮੀ ਬੰਗਾਲ ਵਰਗੇ ਆਉਂਦੇ ਆ। ਤਾਂ ਫਿਰ ਜਿੰਨੀ ਮਰਜ਼ੀ ਤਕੜੀ ਬੀਜੇਪੀ ਹੋਵੇ, ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਬਹੁਤ ਵੱਡੇ ਬਿਜ਼ਨਸ ਹੋ, ਉਹਨਾਂ ਦੇ ਮੁਖੀਆਂ ਦੇ ਬਿਜ਼ਨਸ ਨੇ। ਤਾਂ ਰਾਜਨੀਤੀ 'ਚ ਨੰਗੇ ਧੜ ਬੰਦਾ ਉਹਦੀ ਲੜਦਾਗਾ ਜਦੋਂ ਉਹਨੂੰ ਲੱਗਦਾਗਾ ਕਿ ਹਾਂ ਮੈਂ ਤਿਆਰ ਹਾਂ ਮੈਂਟਲੀ ਤੌਰ ਤੇ, ਤੁਸੀਂ ਮੇਰਾ ਜਿੰਨਾ ਨੁਕਸਾਨ ਕਰੋ। ਜੇ ਇਹ ਧਾਰ ਲੈਣ ਖੇਤਰੀ ਪਾਰਟੀਆਂ ਜਿਹੜੀਆਂ ਇਸ ਟਾਈਮ ਹਾਸ਼ੀਏ ਤੇ ਨੇ, ਬਹੁਤ ਸਾਰੀਆਂ ਖੇਤਰੀ ਪਾਰਟੀਆਂ ਹਾਸ਼ੀਏ ਤੇ ਨੇ, ਜਦੋਂ ਖੇਤਰੀ ਪਾਰਟੀਆਂ ਮਜ਼ਬੂਤ ਹੋਣਗੀਆਂ ਤਾਂ ਸੈਂਟਰ ਵੀ ਬੈਲੈਂਸ ਰਹੇਗਾ। ਜੇ ਖੇਤਰੀ ਪਾਰਟੀਆਂ ਖਤਮ ਹੋ ਜਾਣਗੀਆਂ ਤਾਂ ਸੈਂਟਰ ਜਿਵੇਂ ਕਹਿੰਦੇ ਨੇ ਚਮਦੀਆਂ ਚਲਾਏਗਾ। ਅਕਾਲੀ ਦਲ ਦੀ ਲੀਡਰਸ਼ਿਪ ਦੇ ਅੰਦਰ ਉਹ ਕਮਿਟਮੈਂਟ ਆ ਜਿਹੜੀ ਮਮਤਾ ਬੈਨਰਜੀ ਵਾਲੀ ਕਮਿਟਮੈਂਟ ਕਹੀਏ, ਸੈਂਟਰ ਦੇ ਨਾਲ ਬਿਲਕੁਲ ਖਹਿਣ ਵਾਲੀ ਜਿਹੜੀ ਹੈਗੀ। ਇਹ ਨਹੀਂਗਾ ਕਿ ਕਿਸੇ ਰੇਡ ਤੋਂ ਡਰਨਾ, ਕਿਸੇ ਤੋਂ ਡਰਨਾ। ਕੀ ਇਹ ਆਊਟ ਆਫ ਬਾਕਸ ਪੋਲਿਟਿਕਸ ਕਰਨਗੇ? ਕੀ ਉਹ ਜਿਹੜੀ ਖਾਕਿਆਂ ਦੀ ਰਾਜਨੀਤੀ ਹੁਣ ਤੱਕ ਦੀ ਉਹਨਾਂ ਦੀ ਸਮਝ ਆ, ਉਹ ਚੋਂ ਬਾਹਰ ਆ ਕੇ ਐਕਸਪੈਰੀਮੈਂਟ ਦੀ ਪੋਲਿਟਿਕਸ ਵੀ ਕਰਨਗੇ? ਉਹ ਕਿਸੇ ਲੀਡਰ ਬਾਰੇ ਲੱਗਦਾਗਾ ਕਿ ਇਹ ਲੀਡਰ ਸਾਡੀ ਲੜਾਈ ਲੜੂਗਾ, ਸਾਡੇ ਹੱਕਾਂ ਦੀ ਲੜਾਈ ਲੜੂਗਾ, ਇਹ ਸਾਨੂੰ ਪਿਆਰ ਕਰੂਗਾ, ਇਹ ਸਾਡੇ ਲਈ ਮਰ ਜਾਊਗਾ, ਇਹ ਸਾਡੇ ਲਈ ਪਹਿਲਾਂਗਾ ਤੇ ਉਹਦੇ ਪਰਿਵਾਰ ਲਈ ਬਾਅਦ ਚੋਂ। ਜਦੋਂ ਇਹ ਅਹਿਸਾਸ ਹੋ ਜਾਂਦਾ ਤਾਂ ਫਿਰ ਲੋਕ ਨਾਲ ਖੜੇ ਹੁੰਦੇ ਨੇ। ਮਮਤਾ ਨਾਲ ਇਸੇ ਕਰਕੇ ਖੜੇ ਹੋਏ। ਕੀ ਲੱਗਦਾ ਇਸ ਪੂਰੇ ਦੌਰ ਦੇ ਵਿੱਚ ਕਾਂਗਰਸ ਆਪਣਾ ਵਕਾਰ ਗਵਾ ਰਹੀ ਹੈ? ਤਾਂ ਕਾਂਗਰਸ ਦੇ ਲਈ ਤਾਂ ਕਾਂਗਰਸ ਤਾਂ ਬਹੁਤ ਵੱਡੇ ਸੰਕਟ ਤੋਂ, ਕਾਂਗਰਸ ਇਸ ਟਾਈਮ ਬਹੁਤ ਸਭ ਤੋਂ ਮਾੜੇ ਦੌਰ ਚੋਂ ਗੁਜ਼ਰ ਰਹੀ ਹੈ। ਕਿ ਮਮਤਾ ਵੱਖ-ਵੱਖ ਧਿਰਾਂ ਨੂੰ ਇੱਕ ਮੰਚ ਤੇ ਇਕੱਠਾ ਕਰ ਪਾਉਣਗੇ? ਮਮਤਾ ਬੈਨਰਜੀ ਚਿਹਰਾ ਵੀ ਹੋ ਸਕਦੇ ਨੇ 2024 ਦੇ ਲਈ, ਕਿਉਂਕਿ ਕਾਂਗਰਸ ਨੂੰ ਲੋਕਾਂ ਨੇ 2 ਵਾਰ ਦੇਖ ਲਿਆ। ਪੱਛਮੀ ਬੰਗਾਲ ਦੇ ਵਿੱਚ ਤੀਜੀ ਵਾਰ ਟੀਐਮਸੀ ਦੀ ਸਰਕਾਰ ਬਣਨ ਜਾ ਰਹੀ ਹੈ। ਮਮਤਾ ਬੈਨਰਜੀ ਦੇ ਹੱਥ ਵਿੱਚ ਪੱਛਮੀ ਬੰਗਾਲ ਦੀ ਕਮਾਨ ਹੋਵੇਗੀ। ਇਸ ਦਾ ਖੇਤਰੀ ਪਾਰਟੀਆਂ ਤੇ ਕੀ ਅਸਰ ਹੋਵੇਗਾ? ਕਿ ਖੇਤਰੀ ਰਾਜਨੀਤੀ ਇਸ ਦੇ ਨਾਲ ਬਦਲੇਗੀ? ਪੱਛਮੀ ਬੰਗਾਲ ਦੇ ਜੋ ਚੋਣ ਨਤੀਜੇ ਨੇ, ਕੀ ਅਸਰ ਹੋਵੇਗਾ ਇਸ ਦਾ ਖੇਤਰੀ ਰਾਜਨੀਤੀ ਤੇ? ਇਸੇ ਮੁੱਦੇ ਨੂੰ ਹੀ ਅੱਜ ਡੀਕੋਡ ਕਰਾਂਗੇ ਸਾਡੇ ਖਾਸ ਪ੍ਰੋਗਰਾਮ ਰਾਜਨੀਤੀ ਡੀਕੋਡ ਦੇ ਵਿੱਚ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਹੋਣਗੇ ਪ੍ਰੋ ਪੰਜਾਬ ਟੀਵੀ ਦੇ ਸੰਪਾਦਕ ਯਾਦਵਿੰਦਰ ਸਿੰਘ। ਤੇ ਯਾਦਵਿੰਦਰ, ਪੱਛਮੀ ਬੰਗਾਲ ਦੇ ਨਤੀਜਿਆਂ ਨੇ ਸਿਆਸੀ ਮਾਇਨੇ ਬਦਲ ਦਿੱਤੇ ਨੇ ਕਿ ਖੇਤਰੀ ਪਾਰਟੀਆਂ ਤੇ ਇਸ ਦਾ ਅਸਰ ਹੋਵੇਗਾ, ਰਾਜਨੀਤੀ ਦੇ ਜਿਹੜੇ ਮਾਇਨੇ ਹੁਣ ਬਦਲ ਜਾਣਗੇ? ਦੇਖੋ, ਇਸ ਦੌਰ ਦੇ ਅੰਦਰ ਜਦੋਂ ਕਿਹਾ ਜਾ ਰਿਹਾ ਕਿ ਅਲਟਰਾ ਸੈਂਟਰਲਾਈਜੇਸ਼ਨ, ਅਤੀ ਕੇਂਦਰੀਕਰਨ ਦਾ ਦੌਰ ਹੈ। ਇੱਕ ਦੌਰ ਸੀ ਇੰਦਰਾ ਵਾਲਾ ਦੌਰ, ਜਿਹਦੇ 'ਚ ਅਤੀ ਕੇਂਦਰੀਕਰਨ ਹੋਇਆ ਸੀਗਾ, ਐਮਰਜੈਂਸੀ ਤੱਕ ਹਾਲਾਤ ਆ ਗਏ ਸੀ। ਹੁਣ ਕਿਹਾ ਜਾਂਦਾ ਹੈ ਅਨਕੰਡੀਸ਼ਨਲ ਯਾਨੀ ਅਨਡਿਕਲੇਅਰਡ ਐਮਰਜੈਂਸੀ ਕਿਹਾ ਜਾਂਦਾ ਇਸ ਨੂੰ, ਮੋਦੀ ਦੇ ਰਾਜ ਨੂੰ। ਬਹੁਤ ਸਾਰੇ ਵਿਰੋਧੀ ਉਹਨਾਂ ਦੇ ਕਹਿੰਦੇ ਨੇ। ਤੇ ਉਹਦੇ 'ਚ ਜਿਸ ਤਰੀਕੇ ਨਾਲ ਲੜਨਾ ਚਾਹੀਦਾ ਖੇਤਰੀ ਪਾਰਟੀਆਂ ਨੂੰ, ਜਿਸ ਤਰ੍ਹਾਂ ਖੇਤੀ ਪਾਰਟੀਆਂ ਖਤਮ ਹੋ ਗਈਆਂ, ਨਤੀਸ਼ ਕੁਮਾਰ ਨੂੰ ਖਤਮ ਕਰ ਦਿੱਤਾ ਗਿਆ, ਮੁਲਾਇਮ ਸਿੰਘ ਯਾਦਵ ਦੀ ਪਾਰਟੀ ਨੂੰ, ਮਾਇਆਵਤੀ ਨੂੰ ਜਿਸ ਤਰੀਕੇ ਨਾਲ ਝਟਕੇ ਦਿੱਤੇ ਗਏ। ਪਰ ਅਸੀਂ ਆਂਧਰਾ ਪ੍ਰਦੇਸ਼ ਦੇ ਅੰਦਰ ਦੇਖਿਆਗਾ, ਉੱਥੇ ਜਿਹੜੇ ਜਗਨ ਨੇ ਰੈਡੀ, ਉਹਨਾਂ ਨੇ ਬੜੇ ਜ਼ਬਰਦਸਤ ਤਰੀਕੇ ਦੇ ਨਾਲ ਫਾਈਟ ਲੜੀ। ਤੇ ਉਸ ਤੋਂ ਬਾਅਦ ਦੂਜੀ ਲੜਾਈ ਜੇ ਮੈਂ ਦੇਖਾਂ ਤਾਂ ਮਮਤਾ ਬੈਨਰਜੀ ਨੇ ਜਿਸ ਤਰੀਕੇ ਨਾਲ ਇਹ ਲੜਾਈ ਲੜੀ ਹੈਗੀ, ਮਮਤਾ ਬੈਨਰਜੀ ਨੇ ਉੱਥੋਂ ਦੇ ਜਿਹੜੇ ਇਹ ਲੜਾਈ ਬਣਾਈ ਜਾ ਰਹੀ ਸੀ ਕਿ ਧਾਰਮਿਕ ਧਰੁਵੀਕਰਨ ਦੀ ਲੜਾਈ ਬਣਾ ਦਿਓ। ਆਰਐਸਐਸ ਦੇ ਲੋਕ ਬਹੁਤ ਵੱਡੇ ਪੱਧਰ ਤੇ ਗਏ ਹੋਏ ਸੀ, ਜਿਹੜੇ ਲਗਭਗ ਮੰਨ ਰਹੇ ਸੀ, ਇਸੇ ਕਰਕੇ ਮੋਦੀ ਇਹਨਾਂ ਕੌਨਫੀਡੈਂਟ ਸੀ ਕਿ ਧਾਰਮਿਕ ਧਰੁਵੀਕਰਨ ਹੋ ਚੁੱਕਿਆ। ਪਰ ਅਸੀਂ ਸ਼ਹਿਰਾਂ 'ਚ ਦੇਖ ਰਹੇ ਹਾਂ, ਮਮਤਾ ਬੈਨਰਜੀ ਕਲਕੱਤਾ ਸ਼ਹਿਰ 'ਚ ਵੀ ਜਿੱਤਦੇ ਨੇ, ਔਰ ਮਮਤਾ ਬੈਨਰਜੀ ਜਿੱਥੇ ਇੱਥੇ ਰੈਲੀਆਂ ਕਰਦੇ ਨੇ ਉਹ ਸਾਰੀਆਂ ਸੀਟਾਂ ਜਿੱਤੀਆਂ ਜਾਂਦੀਆਂ ਨੇ। ਪ੍ਰਧਾਨ ਮੰਤਰੀ ਮੋਦੀ ਤੇ ਬੀਜੇਪੀ ਦੀਆਂ ਰੈਲੀਆਂ ਦਾ ਕੋਈ ਅਸਰ ਨਹੀਂ ਹੁੰਦਾ। ਉੱਥੋਂ ਦਾ ਮੁਸਲਮਾਨ ਵੋਟਰ ਆ ਜਿਹੜਾ ਉਹ ਮਮਤਾ ਦੇ ਨਾਲ ਖੜਾ ਹੋ ਜਾਂਦਾ ਹੈ। ਉੱਥੋਂ ਦੇ ਹਿੰਦੂ ਵੋਟਰ ਨੇ ਜਿਹੜੇ, ਖਾਸ ਤੌਰ ਤੇ ਬ੍ਰਾਹਮਣ ਵੋਟਰ ਵੀ, ਜਿਹੜਾ ਮੰਨਿਆ ਜਾਂਦਾ ਕਿ ਸ਼ਾਇਦ ਬੀਜੇਪੀ ਦੇ ਨਾਲ ਖੜਾ ਹੋ ਜਾਏਗਾ, ਉਹ ਵੀ ਜਾ ਕੇ ਮਮਤਾ ਬੈਨਰਜੀ ਦੇ ਨਾਲ ਖੜਾ ਹੋ ਜਾਂਦਾ। ਤੇ ਇਹਦਾ ਮਤਲਬ ਕੀ ਹੈ ਕਿ ਤੁਸੀਂ ਜਿਹੜੀ ਲੜਾਈ ਨੂੰ ਇੰਨਾ ਲੋਕਲਾਈਜ਼ ਕੀਤਾ ਕਿ ਉਹਦਾ ਜਵਾਬ ਬੀਜੇਪੀ ਨਹੀਂ ਦੇ ਸਕੀ। ਤਾਂ ਹੁਣ ਜਿਹੜੀਆਂ ਬਾਕੀ ਫੋਰਸਿਸ ਨੇ, ਮੰਨ ਲਓ ਸੁਖਬੀਰ ਬਾਦਲ ਦੀ ਆਪਾਂ ਗੱਲ ਕਰੀਏ, ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਕੀ ਸੁਖਬੀਰ ਬਾਦਲ ਮਮਤਾ ਬੈਨਰਜੀ ਵਾਂਗੂ ਲੜ ਸਕਦੇ ਨੇ? ਸਭ ਤੋਂ ਵੱਡਾ ਸਵਾਲ ਇਹ ਆ। ਮਮਤਾ ਬੈਨਰਜੀ ਅੱਜ ਵੀ 2 ਕਮਰਿਆਂ ਦੇ ਘਰ 'ਚ ਰਹਿੰਦੇ ਨੇ।
ਇਹ ਨਹੀਂ ਹੈ ਬਹੁਤ ਵੱਡੇ ਇਲਜ਼ਾਮ ਉਹਨਾਂ ਤੇ ਕਰਪਸ਼ਨ ਦੇ ਬਹੁਤ ਸਾਰੀਆਂ ਚੀਜ਼ਾਂ ਦੇ ਲੱਗੇ, ਪਰ ਮਮਤਾ ਬੈਨਰਜੀ ਜਿਸ ਤਰੀਕੇ ਦੇ ਨਾਲ ਗਰਾਊਂਡ ਦੀ ਲੜਾਈ ਲੜਦੇ ਨੇ, ਜ਼ਮੀਨ ਦੇ ਉੱਤੇ ਜਿਸ ਤਰੀਕੇ ਦੇ ਨਾਲ ਮਮਤਾ ਦੀ ਲੜਾਈ ਆ, ਉਹ ਬੀਜੇਪੀ ਕੋਲੇ ਨਹੀਂ ਸੀ। ਪ੍ਰਸ਼ਾਂਤ ਕਿਸ਼ੋਰ ਨੇ ਇੱਕ ਬੜੀ ਇੰਟਰਸਟਿੰਗ ਗੱਲ ਕਹੀ ਹੈ ਕਿ ਮੀਡੀਆ ਜਿਹੜਾ ਖਾਸ ਤੌਰ ਤੇ ਗੋਦੀ ਮੀਡੀਆ ਹੈਗਾ, ਉਹ ਆਪਣੇ ਤਰੀਕੇ ਦੇ ਨਾਲ ਇੱਕ ਹਵਾ ਬਣਾ ਰਿਹਾ ਸੀ ਬਹੁਤ ਸਾਰੀਆਂ ਚੀਜ਼ਾਂ ਤੇ। ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਜ਼ਮੀਨ ਦੀ ਸਾਊਂਡ ਹੁੰਦੀ ਆ ਉਹ ਸਭ ਤੋਂ ਇੰਪੋਰਟੈਂਟ ਹੁੰਦੀ ਆ, ਜੋ ਜ਼ਮੀਨ ਦੇ ਉੱਤੇ ਗੱਲ ਹੋ ਰਹੀ ਹੁੰਦੀ ਆ ਉਹ ਸਭ ਤੋਂ ਇੰਪੋਰਟੈਂਟ ਹੁੰਦੀ ਆ। ਮਮਤਾ ਕੋਲੇ ਜ਼ਮੀਨ ਦਾ ਸਿਰਫ ਆਪਣਾ ਕੈਡਰ ਨਹੀਂ ਸੀ, ਕੈਡਰ ਸ਼੍ਰੋਮਣੀ ਅਕਾਲੀ ਦਲ ਕੋਲ ਵੀ ਹੈ, ਕੈਡਰ ਸਮਾਜਵਾਦੀ ਪਾਰਟੀ ਕੋਲ ਵੀ ਹੈ, ਕੈਡਰ ਰਾਸ਼ਟਰੀ ਜਨਤਾ ਦਲ ਆਰਜੇਡੀ ਲਾਲੂ ਦੀ ਪਾਰਟੀ ਕੋਲ ਵੀ ਹੈ, ਕੈਡਰ ਮਾਇਆਵਤੀ ਕੋਲ ਵੀ ਹੈ, ਬਹੁਜਨ ਸਮਾਜ ਪਾਰਟੀ ਕੋਲੇ। ਕੇਡਰ ਤੋਂ ਬਿਯੋਂਡ ਜਾ ਕੇ ਤੁਹਾਡਾ ਕੇਡਰ ਕੀ ਨੈਰੇਟਿਵ ਸੈੱਟ ਕਰ ਦਿੰਦਾ ਕਿ ਪੰਜਾਬ ਦੀਆਂ ਸੱਥਾਂ 'ਚ, ਛੋਟੀਆਂ-ਛੋਟੀਆਂ ਦੁਕਾਨਾਂ 'ਚ, ਹਰ ਥਾਂ ਦੇ ਉੱਤੇ ਤੁਹਾਡਾ ਕੇਡਰ ਜਿਹੜਾ ਗਰਾਊਂਡ ਦੇ ਉੱਤੇ ਬੈਠਾ, ਉਹ ਇੱਕ ਨੈਰੇਟਿਵ ਬਿਲਡ ਕਰਨ ਜਾਣਦਾ, ਉਹ ਇੱਕ ਓਪੀਨੀਅਨ ਮੇਕਰ ਹੈ, ਉਹ ਓਪੀਨੀਅਨ ਬਿਲਡ ਕਰ ਸਕਦਾ। ਮੈਨੂੰ ਲੱਗਦਾ ਮਮਤਾ ਦੀ ਸਭ ਤੋਂ ਵੱਡੀ ਖਾਸੀਅਤ ਇਹ ਸੀ, ਇੱਕ ਤਾਂ ਜ਼ਮੀਨ ਦੇ ਉੱਤੇ ਜਿਸ ਤਰੀਕੇ ਨਾਲ, ਦੂਜਾ ਜਿਵੇਂ ਉਹ ਡਰੇ ਨਹੀਂ। ਹਾਲਾਂਕਿ ਸੁਖਬੀਰ ਬਾਦਲ ਦੀ ਵੀ ਸਟੇਟਮੈਂਟ ਆਈ ਕਿ ਅਸਲ ਗੈਂਗ ਆ ਜਿਹੜਾ ਉਹ ਟੁਕੜੇ ਟੁਕੜੇ ਗੈਂਗ, ਉਹ ਬੀਜੇਪੀ ਹੈ, ਟੁਕੜੇ ਟੁਕੜੇ ਗੈਂਗ ਆ ਜੋ ਬੀਜੇਪੀ ਹੈ। ਪਰ ਇਹ ਫੋਰਸਸ ਨੇ ਜਿਹੜੀਆਂ, ਸ਼੍ਰੋਮਣੀ ਅਕਾਲੀ ਦਲ ਕਿਸੇ ਦੌਰ ਸੈਂਟਰ ਦੇ ਖਿਲਾਫ, ਇੰਦਰਾ ਦੇ ਖਿਲਾਫ ਬਹੁਤ ਨੰਗੇ ਧੜ ਲੜਿਆ ਹੋਇਆ ਹੈਗਾ, ਇੰਦਰਾ ਗਾਂਧੀ ਦੇ ਰਾਜ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੰਗੇ ਧੜ ਲੜਿਆ। ਪਰ ਹੌਲੀ ਹੌਲੀ ਜਿਹੜੀਆਂ ਖੇਤਰੀ ਪਾਰਟੀਆਂ ਸੀ, ਜਿੰਨੀਆਂ ਵੀ ਖੇਤਰੀ ਪਾਰਟੀਆਂ ਨੇ, ਇਹ ਜਦੋਂ ਪਰਿਵਾਰਾਂ ਤੱਕ ਮਹਿਦੂਦ ਹੋਈਆਂ, ਜਿਹ 'ਚ ਸ਼੍ਰੋਮਣੀ ਅਕਾਲੀ ਦਲ ਵੀ ਹੈ, ਜਿਹਦੇ 'ਚ ਕਰੁਣਾਨਿਧੀ ਦੀ ਪਾਰਟੀ ਵੀ ਹੈ, ਜਿਹਦੇ 'ਚ ਲਾਲੂ ਦੀ ਪਾਰਟੀ ਵੀ ਹੈ, ਸਮਾਜਵਾਦੀ ਪਾਰਟੀ ਵੀ ਹੈ, ਬਹੁਜਨ ਸਮਾਜ ਪਾਰਟੀ ਵੀ ਮਾਇਆਵਤੀ ਦੀ ਹੀ ਇੱਕ ਮਤਲਬ ਪਾਰਟੀ ਬਣ ਕੇ ਰਹਿ ਗਈ ਜੀ। ਤੇ ਇਹਨਾਂ ਦੀ ਫਿਰ ਆਪਣੀਆਂ ਕਮਜ਼ੋਰੀਆਂ ਬਹੁਤ ਆਉਂਦੀਆਂ ਗਈਆਂ, ਜਿਨ੍ਹਾਂ ਕਮਜ਼ੋਰੀਆਂ ਦਾ ਸੈਂਟਰ ਨੇ ਹਮੇਸ਼ਾ ਫਾਇਦਾ ਉਠਾਇਆ। ਯਾਨੀ ਜਿਸ ਤਰੀਕੇ ਦੇ ਨਾਲ ਲੜਨ ਦੀ ਸਮਰੱਥਾ ਪ੍ਰਕਾਸ਼ ਸਿੰਘ ਬਾਦਲ ਦੀ ਸੀ, ਜਾਂ ਪ੍ਰਕਾਸ਼ ਸਿੰਘ ਬਾਦਲ ਲੜੇ ਵੀ ਹੈਗੇ, ਜਿਵੇਂ ਐਮਰਜੈਂਸੀ ਵਾਲਾ ਦੌਰ ਦੇਖ ਲਓ, ਜਾਂ ਰਾਜਾਂ ਦੀ ਵੱਧ ਅਧਿਕਾਰਾਂ ਦੀ ਲੜਾਈ ਵਾਲਾ ਦੌਰ ਦੇਖ ਲਓ, ਉਵੇਂ ਕਦੇ ਦੇਖਿਆ ਕਿ ਸੁਖਬੀਰ ਬਾਦਲ ਲੜੇ ਹੋਣ? ਸੁਖਬੀਰ ਬਾਦਲ ਉਵੇਂ ਲੜੇ ਨਹੀਂ, ਨਾ ਉਹ ਲੜ ਸਕਦੇ ਨੇ ਉਸ ਤਰੀਕੇ ਨਾਲ, ਕਿਉਂਕਿ ਉਹ ਦੌਰ ਦੇ ਅੰਦਰ ਅਕਾਲੀ ਦਲ ਦਾ ਚਿਹਰਾ ਹੋਰ ਸੀਗਾ, ਅਕਾਲੀ ਦਲ ਦਾ ਸਟਰਕਚਰ ਹੋਰ ਤਰ੍ਹਾਂ ਸੀਗਾ, ਤੇ ਅਕਾਲੀ ਦਲ ਆ ਜਿਹੜਾ ਉਦੋਂ ਬਹੁਤ ਡੀਸੈਂਟਰਲਾਈਜ਼ਡ ਸੀਗਾ। ਜਦੋਂ ਤੋਂ ਅਕਾਲੀ ਦਲ ਬੇਹੱਦ ਸੈਂਟਰਲਾਈਜ਼ਡ ਹੋਇਆ, ਜਦੋਂ ਤੋਂ ਅਕਾਲੀ ਦਲ ਦਾ ਬਹੁਤ ਜ਼ਿਆਦਾ ਕੇਂਦਰੀਕਰਨ ਹੋਇਆ, ਉਦੋਂ ਤੋਂ ਫਿਰ ਤੁਹਾਡੇ ਆਪਣੇ ਇੰਟਰਸਟ, ਤੁਸੀਂ ਬਹੁਤ ਕੰਫਰਟ ਜ਼ੋਨ ਚਲੇ ਜਾਂਦੇ ਹੋ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਕੰਫਰਟ ਜ਼ੋਨ ਦੀ ਰਾਜਨੀਤੀ ਨਹੀਂ ਰਹੀ, ਚਾਹੇ ਪ੍ਰਕਾਸ਼ ਸਿੰਘ ਬਾਦਲ ਨੂੰ ਲੈ ਕੇ ਹਜ਼ਾਰ ਸਵਾਲ ਉੱਠਦੇ ਆ, ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਬਹੁਤ ਵੱਡੇ ਸਵਾਲ ਉੱਠਦੇ ਹੈਗੇ, ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ, ਧਰਮ ਯੁੱਧ ਮੋਰਚੇ ਤੋਂ ਲੈ ਕੇ ਤਮਾਮ ਗੱਲਾਂ ਦੇ ਉੱਤੇ ਬਹੁਤ ਸਾਰੇ ਸਵਾਲ ਹੁੰਦੇ। ਹਾਲਾਂਕਿ ਧਰਮ ਯੁੱਧ ਮੋਰਚੇ ਸ਼ਾਮਲ ਵੀ ਰਹਿੰਦੇ ਆ ਉਹ ਐਮਰਜੈਂਸੀ ਵਾਲੇ ਦੌਰ 'ਚ ਵੀ, ਪਰ ਉਹਦੇ ਬਾਵਜੂਦ ਵੀ ਪ੍ਰਕਾਸ਼ ਸਿੰਘ ਬਾਦਲ ਦੀ ਰਾਜਨੀਤੀ ਤੇ ਰਣਨੀਤੀ ਨੂੰ ਲੈ ਕੇ ਪੰਥਕ ਹਲਕਿਆਂ ਦੀ ਬਹੁਤ ਵੱਡੀ ਆਲੋਚਨਾ ਵੀ ਹੈ। ਪਰ ਉਹਦੇ ਬਾਵਜੂਦ ਵੀ ਜੋ ਕੰਸਿਸਟੈਂਸੀ ਪ੍ਰਕਾਸ਼ ਸਿੰਘ ਬਾਦਲ ਸੀਗੀ, ਜੋ ਅਕਾਲੀ ਦਲ ਦੀ ਉਦੋਂ ਦੀ ਸਾਰੀ ਲੀਡਰਸ਼ਿਪ ਦੀ ਕਮਿਟਮੈਂਟ ਸੀਗੀ, ਜੋ ਲੜਨ ਦੀ ਦਲੇਰੀ ਜਾਂ ਖੁੱਲ੍ਹਦਿਲੀ, ਜਾਂ ਜੋ ਮੈਂ ਕਹਿੰਦਾ ਕਿ ਨੰਗੇ ਧੜ ਲੜਦੇ ਸੀ ਉਦੋਂ, ਉਸ ਤੋਂ ਬਾਅਦ ਕਦੇ ਅਕਾਲੀ ਦਲ ਨਾਅਰੇ ਜ਼ਰੂਰ ਦਿੰਦਾ ਰਿਹਾ। ਚਾਹੇ ਮੈਨੀਫੈਸਟੋ ਦੇ ਅੰਦਰ ਨਾਅਰੇ ਦੇਖ ਲਓ ਤੁਸੀਂ, ਆਨੰਦਪੁਰ ਦੇ ਮਤੇ ਦੀ ਐਕਸਟੈਂਸ਼ਨ, ਜਾਂ ਅੰਮ੍ਰਿਤਸਰ ਐਲਾਨਨਾਮੇ ਦੇ ਬਹੁਤ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਅਕਾਲੀ ਦਲ ਦੇ ਮੈਨੀਫੈਸਟੋ 'ਚ ਹੁਣ ਵੀ ਹੁੰਦੀਆਂ ਨੇ। ਚੰਡੀਗੜ੍ਹ ਪੰਜਾਬ ਨੂੰ ਦਿਓ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿਓ, ਰਾਜਾਂ ਦੇ ਅਧਿਕਾਰਾਂ ਦੀ ਗੱਲ ਅਕਾਲੀ ਦਲ ਹੁਣ ਵੀ ਮੈਨੀਫੈਸਟੋ 'ਚ ਕਰਦਾ, ਉਹ ਸਿਰਫ ਕਾਗਜ਼ਾਂ 'ਚ ਰਹਿ ਗਈ। ਇਸੇ ਤਰੀਕੇ ਨਾਲ ਬਾਕੀ ਫੋਰਸਸ ਨੇ ਜਿਹੜੀਆਂ ਰੀਜਨਲ ਫੋਰਸਸ ਮਾਰਜਨਲਾਈਜ਼ ਹੋ ਗਈਆਂ, ਜਿਹੜੀਆਂ ਰੀਜਨਲ ਫੋਰਸ ਖਤਮ ਹੋ ਗਈਆਂ, ਚਾਹੇ ਉਹ ਚਟਾਲਾ ਫੈਮਿਲੀ ਹੈਗੀ, INLD ਹੈ, ਉਹਨਾਂ ਦਾ ਕਾਰਨ ਹੀ ਇਹ ਆ। ਚਾਹੇ ਪੋਲੀਟਿਕਸ ਬਦਲੀ ਹੈ, ਬਹੁਤ ਬੁਰੀ ਤਰ੍ਹਾਂ ਬਦਲੀ ਹੈ, ਪਰ ਕਦੇ ਕੋਰ ਕਿਸੇ ਚੀਜ਼ ਦੇ ਨਹੀਂ ਬਦਲਣ ਦੇ। ਰਾਜਨੀਤੀ ਦਾ ਕੋਰ ਕਦੇ ਨਹੀਂ ਬਦਲਦਾ। ਹੁਣ ਆ ਗਿਆ ਜੀ ਮੈਨੇਜਮੈਂਟ ਆ, ਇਲੈਕਸ਼ਨ ਈਵੈਂਟ ਆ, ਪਰ ਈਵੈਂਟ ਦੇ ਵਿੱਚ ਵੀ ਕੋਈ ਨਾ ਕੋਈ ਇੱਕ ਬੰਦਾ ਹੁੰਦਾ ਜਿਹਦੇ ਆਲੇ ਦੁਆਲੇ ਸਾਰਾ ਈਵੈਂਟ ਹੁੰਦਾ। ਤਾਂ ਮੇਰਾ ਇਹ ਮੰਨਣਾ ਕਿ ਰਾਜਨੀਤੀ ਦੇ ਅੰਦਰ ਲੀਡਰ ਸਭ ਤੋਂ ਵੱਡਾ ਇੰਪੋਰਟੈਂਟ ਚੀਜ਼ ਹੁੰਦੀ ਹੈਗੀ। ਯਾਨੀ ਲੀਡਰ ਤੋਂ ਵੱਡੀ ਨਾ ਕੋਈ ਰਾਜਨੀਤੀ ਹੁੰਦੀ ਹੈ, ਨਾ ਰਣਨੀਤੀ ਹੁੰਦੀ ਹੈ, ਉਹਦੇ ਆਲੇ ਦੁਆਲੇ ਚੀਜ਼ਾਂ ਘੁੰਮਣੀਆਂ ਨੇ ਨਾ। ਇਸ ਕਰਕੇ ਜੇ ਲੀਡਰ ਦੀ ਜ਼ਰੂਰਤ ਆ, ਜੇ ਲੀਡਰ ਮਮਤਾ ਬੈਨਰਜੀ ਵਰਗੀ ਹੈ, ਤਾਂ ਫਿਰ ਰਿਜ਼ਲਟ ਵੀ ਪੱਛਮੀ ਬੰਗਾਲ ਵਰਗੇ ਆਉਂਦੇ ਆ। ਤਾਂ ਫਿਰ ਜਿੰਨੀ ਮਰਜ਼ੀ ਤਕੜੀ ਬੀਜੇਪੀ ਹੋਵੇ, ਜਿੰਨਾ ਵੱਡਾ ਬੀਜੇਪੀ ਕੋਲ ਚਿਹਰਾ ਹੋਵੇ, ਕੀ ਨਹੀਂ ਸੀ ਬੀਜੇਪੀ ਕੋਲ ਔਰ ਕੀ ਬੀਜੇਪੀ ਨੇ ਨਹੀਂ ਕੀਤਾਗਾ। ਕੱਲ ਇੱਕ ਮੈਸੇਜ ਚੱਲ ਰਿਹਾ ਸੀ ਕਿ ਬੀਜੇਪੀ ਕੋਲ ਮੀਡੀਆ ਵੀ ਸੀ, ਬੀਜੇਪੀ ਕੋਲੇ IT ਸੈੱਲ ਵੀ ਸੀ, ਬੀਜੇਪੀ ਕੋਲੇ ED ਵੀ ਸੀ, CBI ਵੀ ਸੀ, ਲੁਟੀਅਨ ਜ਼ੋਨ ਵੀ ਸੀ, ਮਤਲਬ ਤਮਾਮ ਲੋਕਾਂ ਨੇ ਸਾਰਾ ਕੁਝ ਹੀ ਕਹਤਾ, ਇੱਕ ਪਾਸੇ ਮਮਤਾ ਸੀ। ਉਹਦਾ ਕਾਰਨ ਕੀ ਹੈ ਕਿ ਜਦੋਂ ਇੱਕ ਗੱਲ ਇਹ ਮੰਨ ਕੇ ਚੱਲਣੀ ਚਾਹੀਦੀ ਹੈ, ਜਿਹੜੇ ਲੋਕਾਂ ਨੇ ਮਮਤਾ ਤੋਂ ਸਿੱਖਣਾ ਗਾ,
ਜਿਨ੍ਹਾਂ ਨੇ ਵੀ ਖੇਤਰੀ ਪਾਰਟੀਆਂ ਨੇ ਰਿਵਾਈਵ ਕਰਨਾ ਜਾਂ ਖੇਤਰੀ ਪਾਰਟੀਆਂ ਨੇ ਖੜੇ ਹੋਣਾਗਾ, ਕਿ ਜਦੋਂ ਜਿਨ੍ਹਾਂ ਨੇ ਨੁਕਸਾਨ ਕਰਨਾ ਉਹ ਤਾਂ ਕਰ ਹੀ ਲੈਣਗੇ। ਜੇ ਤੁਸੀਂ ਚਾਹੋ ਕਿ ਤੁਸੀਂ ਨਹੀਂ ਬੋਲੋਗੇ ਫਿਰ ਨਹੀਂ ਕਰਨਗੇ, ਉਹ ਤਾਂ ਕਰਨਗੇ। ਜਿਨ੍ਹਾਂ ਨੇ ਜਿਨ੍ਹਾਂ ਨੇ ਧਾਰ ਲਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਤੰਗ ਕਰਨਾ, ਅਸੀਂ ਆਰਜੇਡੀ ਦੇ ਲਾਲੂ ਨੂੰ ਤੰਗ ਕਰਨਾ, ਅਸੀਂ ਮੁਲਾਇਮ ਸਿੰਘ ਯਾਦਵ ਨੂੰ ਤੰਗ ਕਰਨਾ, ਅਸੀਂ ਮਾਇਆਵਤੀ ਨੂੰ ਤੰਗ ਕਰਨਾ, ਉਹਨਾਂ ਨੇ ਧਾਰ ਲਿਆ, ਉਹਨਾਂ ਨੇ ਕਰਨਾ ਹੀ ਕਰਨਾ। ਪਰ ਜੋ ਲੀਡਰ ਇਸ ਗੱਲ ਦੇ ਲਈ ਖੜਾ ਹੋ ਜਾਂਦਾ ਕਿ ਤੁਸੀਂ ਕਰ ਲਓ, ਜੇ ਉਹਦੇ ਗੱਲ ਦੇ ਡਰ ਚਲਾ ਜਾਂਦਾ, ਜੋ ਤਿਆਰ ਹੈ ਇਸ ਗੱਲ ਦੇ ਲਈ ਕਿ ਤੁਸੀਂ ਜੋ ਕਰਨਾ ਕਰ ਲਓ, ਅਸੀਂ ਲੜਾਂਗੇ, ਜਦੋਂ ਲੜਨ ਦੇ ਲਈ ਤਿਆਰ ਹੋਊਗਾ ਤੇ ਉਹ ਜਿੱਤੂਗਾ ਵੀ। ਸਰਕਾਰੀ ਤੰਤਰ ਪੂਰੀ ਤਰ੍ਹਾਂ ਫੇਲ ਕਰ ਦਿੱਤਾ। ਹਾਲਾਂਕਿ ਕੇਂਦਰ ਦੇ ਵਿੱਚ ਸਰਕਾਰ 'ਚ ਇੱਕ ਬਹੁਤ ਵੱਡਾ ਚੈਲੰਜ ਸੀ, ਚੁਣੌਤੀ ਨੂੰ ਪਾਰ ਕੀਤਾ ਤਾਂ ਜਦੋਂ ਸਮੱਸਿਆ ਇਹ ਹੈਗਾ ਕਿ ਹੁਣ ਉਹ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਬਹੁਤ ਵੱਡੇ ਬਿਜ਼ਨਸ ਹੋ ਗਏ, ਉਹਨਾਂ ਦੇ ਮੁਖੀਆਂ ਦੇ ਬਿਜ਼ਨਸ ਨੇ। ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਦੇ ਬਹੁਤ ਸਾਰੇ ਬਿਜ਼ਨਸ ਨੇ। ਐਵੇਂ ਹੀ ਤੁਸੀਂ ਸਮਾਜਵਾਦੀ ਪਾਰਟੀ ਤੇ ਚਲੇ ਜਾਓਗੇ, ਉਹਨਾਂ ਦੇ ਦੇਖ ਲਓਗੇ। ਐਵੇਂ ਤੁਸੀਂ ਕਰੁਣਾਨਿਧੀ ਦੀ ਫੈਮਿਲੀ ਚਲੇ ਜਾਓਗੇ, ਤੁਸੀਂ ਕੋਈ ਮਰਜ਼ੀ ਪਰਿਵਾਰ ਕੱਢ ਲਓ, ਕੋਈ ਮਰਜ਼ੀ ਖੇਤਰੀ ਪਾਰਟੀ ਦਾ। ਜਿਵੇਂ ਜੋ ਗੱਲ ਬਾਲ ਠਾਕਰੇ ਸੀਗੀ, ਉਹਦੀ ਪੋਲਿਟਿਕਸ ਨੂੰ ਲੈ ਕੇ ਆਲੋਚਨਾ ਹੋ ਸਕਦੀ ਹੈ ਬਾਲ ਠਾਕਰੇ ਦੀ ਨੂੰ, ਬਾਲ ਠਾਕਰੇ ਦੀ ਹਿੰਦੂਤਵ ਦੀ ਜਿਹੜੀ ਕੱਟੜ ਪੋਲਿਟਿਕਸ ਸੀ, ਉਹ ਤੇ ਬਹੁਤ ਵੱਡੀ ਆਲੋਚਨਾ ਰਹੀ ਹੈਗੀ ਇਸ ਇੰਡੀਅਨ ਪੋਲਿਟਿਕਸ ਉਹਨਾਂ ਦੀ। ਪਰ ਉਹਨਾਂ ਦੇ ਉਹਦੇ 'ਚ ਇੱਕ ਲੜਨ ਦੀ ਜ਼ਰੂਰਤ ਸੀਗੀ, ਉਦੋਂ ਠਾਕਰੇ 'ਚ ਨਹੀਂ ਬਚੀ। ਕਿਉਂਕਿ ਜਦੋਂ ਤੁਹਾਡੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹਿੱਸੇਦਾਰੀ ਹੁੰਦੀ ਹੈ, ਬਹੁਤ ਸਾਰੀਆਂ ਥਾਵਾਂ ਦੇ ਉੱਤੇ ਤੁਹਾਡੀ ਇਨਵੈਸਟਮੈਂਟ ਹੁੰਦੀ ਹੈ, ਤਾਂ ਉਦੋਂ ਫਿਰ ਤੁਹਾਨੂੰ ਇਹ ਲੱਗਦਾ ਗਾ ਕਿ ਮੇਰੇ ਲਈ ਪ੍ਰਾਇਓਰਿਟੀ ਕੀ ਹੈ, ਕਿ ਮੇਰਾ ਬਿਜ਼ਨਸ ਮੇਰੇ ਲਈ ਪ੍ਰਾਇਓਰਿਟੀ ਆ ਜਾਂ ਰਾਜਨੀਤੀ ਮੇਰੇ ਲਈ ਪ੍ਰਾਇਓਰਿਟੀ ਆ। ਤਾਂ ਰਾਜਨੀਤੀ 'ਚ ਨੰਗੇ ਧੜ ਬੰਦਾ ਉਦੋਂ ਹੀ ਲੜਦਾ ਗਾ ਜਦੋਂ ਉਹਨੂੰ ਲੱਗਦਾ ਗਾ ਕਿ ਹਾਂ ਮੈਂ ਤਿਆਰ ਹਾਂ ਮੈਂਟਲੀ ਤੌਰ 'ਤੇ, ਤੁਸੀਂ ਮੇਰਾ ਜਿੰਨਾ ਨੁਕਸਾਨ ਕਰ ਦਿਓ। ਮੈਨੂੰ ਤਾਂ ਲੱਗਦਾ ਬਿਜ਼ਨਸ ਹੁੰਦਿਆਂ ਵੀ ਬਿਜ਼ਨਸ ਕਰਨਾ ਕੋਈ ਗੁਨਾਹ ਨਹੀਂ ਹੈਗਾ। ਅਸੀਂ ਇਹ ਨਹੀਂ ਕਹਿੰਦੇ ਕਿ ਬਿਜ਼ਨਸ ਕਰਨਾ ਕੋਈ ਗੁਨਾਹ। ਕਨਫਲਿਕਟ ਆਫ ਇੰਟਰਸਟ ਦੇ ਜ਼ਰੂਰ ਸਵਾਲ ਪੈਦਾ ਹੁੰਦੇ ਕਿ ਤੁਹਾਡੀਆਂ ਸਰਕਾਰਾਂ 'ਚ ਤੁਹਾਡੇ ਕੋਲ ਇੰਨਾ ਪੈਸਾ ਕਿੱਥੋਂ ਆਇਆ, ਪਰ ਬਿਜ਼ਨਸ ਕਰਨਾ ਕੋਈ ਗੁਨਾਹ ਨਹੀਂ ਹੈ। ਕੋਈ ਵੀ ਲੀਡਰ ਕਰ ਸਕਦਾ ਹੈਗਾ, ਕੋਈ ਵੀ ਉਹਦਾ ਪਰਿਵਾਰ ਕਰ ਸਕਦਾ ਹੈ। ਪਰ ਜੋ ਫਿਰ ਬਿਜ਼ਨਸ ਕਰਦਾ ਹੋਇਆ ਵੀ ਇਹ ਸੋਚ ਲੇ ਕਿ ਰਾਜਨੀਤੀ ਇਹ ਨਹੀਂ ਕਿ ਬੀਜੇਪੀ ਵਾਲੇ ਬਿਜ਼ਨਸ ਨਹੀਂ ਕਰਦੇ, ਇਹ ਨਹੀਂ ਕਿ ਬੀਜੇਪੀ ਸੰਘ ਪਰਿਵਾਰ ਦੇ ਲੀਡਰਾਂ ਦੇ ਬਿਜ਼ਨਸ ਨਹੀਂ ਹੋਣਗੇ, ਬੀਜੇਪੀ ਦੇ ਲੀਡਰਾਂ ਦੇ ਬਿਜ਼ਨਸ ਨਹੀਂ ਹੋਣਗੇ, ਹੈਗੇ ਆ ਉਹਨਾਂ ਦੇ ਵੀ। ਪਰ ਸਵਾਲ ਇਹ ਹੈਗਾ ਕਿ ਜਿਹੜੀ ਫੋਰਸ ਨਾਲ ਤੁਸੀਂ ਲੜਨ ਜਾ ਰਹੇ ਹੋ, ਜੇ ਤੁਸੀਂ ਮਾਨਸਿਕ ਤੌਰ ਤੇ ਮਮਤਾ ਬੈਨਰਜੀ ਵਾਂਗੂ ਤਿਆਰ ਨਹੀਂ ਹੁੰਦੇ ਕਿ ਤੁਸੀਂ ਜਿੰਨਾ ਮਰਜ਼ੀ ਨੁਕਸਾਨ ਕਰ ਲਓ, ਤੁਸੀਂ ਸਾਡੇ ਬਿਜ਼ਨਸ ਤਬਾਹ ਕਰ ਲਓ, ਤੁਸੀਂ ਮੇਰੇ ਭਤੀਜੇ ਤੋਂ ਜਿੰਨੀ ਮਰਜ਼ੀ ਪੁੱਛਗਿੱਛ ਕਰ ਲਓ, ਵੱਖ-ਵੱਖ ਏਜੰਸੀਆਂ ਨੇ ਉਹਨਾਂ ਦੇ ਭਤੀਜੇ ਨੂੰ ਵੀ ਘੇਰਿਆ, ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਲੜੂੰਗੀ, ਮੈਂ ਮਰਦੇ ਦਮ ਤੱਕ ਲੜੂੰਗੀ। ਜੇ ਇਹ ਧਾਰ ਲੈਣ ਖੇਤਰੀ ਪਾਰਟੀਆਂ ਜਿਹੜੀਆਂ ਇਸ ਟਾਈਮ ਹਾਸ਼ੀਏ ਤੇ ਨੇ, ਬਹੁਤ ਸਾਰੀਆਂ ਖੇਤਰੀ ਪਾਰਟੀਆਂ ਹਾਸ਼ੀਏ ਤੇ ਨੇ ਜਿਨ੍ਹਾਂ ਨੂੰ ਬਹੁਤ ਵੱਡੇ ਝਟਕੇ ਲੱਗਿਆ ਪਿਛਲੀਆਂ ਇਲੈਕਸ਼ਨਾਂ ਦੇ ਅੰਦਰ। ਜਿਵੇਂ ਮਾਇਆਵਤੀ ਹੋਰੀ ਸਾਫ਼ ਹੋ ਗਏ ਸੀਗੇ ਲੋਕ ਸਭਾ ਇਲੈਕਸ਼ਨ ਦੇ ਅੰਦਰ, ਉਦੋਂ ਪਿਛਲੀ 2014 'ਚ ਫਿਰ ਥੋੜ੍ਹੀਆਂ ਜਿਹੀਆਂ ਸੀਟਾਂ ਆਈਆਂ। ਜਿਵੇਂ ਲੈਫਟ ਸਾਫ਼ ਹੋ ਗਿਆ ਬੰਗਾਲ ਦੇ ਅੰਦਰ, ਜਿਵੇਂ ਕਾਂਗਰਸ ਸਾਫ਼ ਹੋ ਗਈ, ਕਾਂਗਰਸ ਨੂੰ ਵੀ ਆਈਆਂ। ਜਦੋਂ ਵਾਡਰਾ ਫੈਮਿਲੀ ਦੇ ਇੰਨੇ ਬਿਜ਼ਨਸ ਨੇ ਤਾਂ ਉਹੀ ਹੈ ਕਿ ਈਡੀ ਦੀ ਰੇਡ ਨਾ ਹੋ ਜੇ ਜੀ, CBI ਦੀ ਰੇਡ ਨਾ ਹੋ ਜੇ। ਜੇ ਧਾਰ ਲੈਣ ਰਾਹੁਲ ਗਾਂਧੀ ਕਿ ਮੈਂ ਲੜੂੰਗਾ ਉਸ ਤਰੀਕੇ ਦੇ ਨਾਲ, ਜਿਹੜੀ ਲੜਨ ਦੀ ਲੋੜ ਆ ਜਿਸ ਤਰੀਕੇ ਨਾਲ, ਇਹ ਨਹੀਂ ਗਾ ਕਿ ਜਿਸ ਤਰੀਕੇ ਨਾਲ ਲੜਾਈ ਲੜੀ ਜਾ ਰਹੀ ਹੈ। ਲੜਾਈ ਤੇ ਫਿਰ ਤੁਹਾਨੂੰ ਲੜਨੀ ਪੈਂਦੀ ਹੈ, ਤੁਸੀਂ ਮੈਦਾਨ 'ਚ ਨਿਕਲ ਕੇ ਇੱਕ ਯੋਧੇ ਦੀ ਤਰ੍ਹਾਂ ਲੜਦੇ ਹੋ ਕਿ ਜਾਂ ਤਾਂ ਮੈਂ ਨਹੀਂ ਜਾਂ ਤੁਸੀਂ ਨਹੀਂ। ਜੰਗ ਦੇ ਅੰਦਰ ਤਾਂ ਸਿਆਸੀ ਜੰਗ 'ਚ ਵੀ ਐ ਹੁੰਦਾ ਗਾ। ਤਾਂ ਜਦੋਂ ਤੱਕ ਤੁਸੀਂ ਉਹ ਚੀਜ਼ਾਂ ਨਹੀਂ ਧਾਰਦੇ, ਉਦੋਂ ਤੱਕ ਲੋਕਾਂ ਨੂੰ, ਅੱਜ ਅਸੀਂ ਫੋਟੋ ਦੇਖ ਰਹੇ ਸੀ ਇੱਕ ਮਮਤਾ ਦੀ, ਮਮਤਾ ਜਦੋਂ ਲੋਕਾਂ 'ਚ ਜਾਂਦੇ ਨੇ ਇੰਨਾ ਜ਼ਿਆਦਾ ਪਿਆਰ ਆ ਕਿ ਬਾਕੀ ਖੇਤਰੀ ਪਾਰਟੀਆਂ ਦੇ ਲੀਡਰਾਂ ਲਈ ਹੈ ਨਾ ਪਿਆਰ, ਕਿ ਜਦੋਂ ਕਿਤੇ ਜਾਂਦੇ ਨੇ ਲੋਕ ਉਹਨਾਂ ਲਈ ਹੱਥ ਮਿਲਾਉਣ ਲਈ ਐ ਹੁੰਦੇ ਨੇ ਕਿ ਯਾਰ ਨਹੀਂ ਰਿਹਾਗਾ। ਉਹਦਾ ਕਾਰਨ ਇਹ ਕਿ ਜਿਹੜਾ ਲੜਦਾ, ਜਗਨ ਰੈਡੀ ਲੜ ਰਹੇ ਸੀਗੇ, ਮਮਤਾ ਬੈਨਰਜੀ ਜਿਹੜਾ ਲੜ ਰਿਹਾ ਗਾ, ਲੋਕ ਉਹਦੇ ਨਾਲ ਹੁੰਦੇ ਨੇ। ਲੋਕ ਇਹ ਦੇਖਣਾ ਚਾਹੁੰਦੇ ਹੁੰਦੇ ਨੇ ਕਿ ਜੁਰਤ ਕਿਹਦੇ 'ਚ ਆ, ਜੁਰਤ ਨਾ ਆ ਕੇ ਕੋਈ ਗੱਲ ਕਹਿੰਦਾ, ਡਰਦਾ ਤਾਂ ਨਹੀਂ, ਕਿਤੇ ਫਿਕਸ ਤਾਂ ਨਹੀਂ, ਇਮਾਨਦਾਰੀ ਦੇ ਨਾਲ ਗੱਲ ਕਰ ਰਿਹਾ। ਔਰ ਇਮਾਨਦਾਰੀ ਤੁਹਾਡੇ ਚਿਹਰੇ ਤੋਂ ਝਲਕਦੀ ਹੁੰਦੀ ਆ, ਪਤਾ ਲੱਗ ਜਾਂਦਾ ਹੁੰਦਾ ਬੰਦਾ ਇਮਾਨਦਾਰ ਆ ਜਾਂ ਗੈਰ ਇਮਾਨਦਾਰ। ਅਸੀਂ ਇਹ ਨਹੀਂ ਕਹਿੰਦੇ, ਜੇ ਮੈਂ ਵੀ ਕਹਿ ਰਿਹਾ ਇਹ ਗੱਲ ਤੁਹਾਨੂੰ ਕਹਿ ਰਿਹਾ ਕਿ ਸਵਾਲ ਇਹ ਨਹੀਂ ਗਾ ਕਿ ਕਿਸੇ ਪਾਰਟੀ ਦੇ ਲੀਡਰ ਦਾ ਬਿਜ਼ਨਸ ਆ, ਜੇ ਉਹ ਮੰਨਦਾ ਗਾ ਕਿ ਯਾਰ ਬਿਜ਼ਨਸ ਵੀ ਸਟੇਕ ਤੇ ਲੱਗ ਜੂ ਫਿਰ ਕੀ ਹੋ ਜੂ, ਮੈਂ ਲੜੂੰਗਾ, ਜੋ ਇਸ ਗੱਲ ਦੇ ਲਈ ਤਿਆਰ ਆ, ਤਾਂ 101% ਜਿਹੇ ਜਿਹੇ ਨਤੀਜੇ ਬੰਗਾਲ ਤੋਂ ਆਏ ਨੇ, ਮਮਤਾ ਬੈਨਰਜੀ ਜਿਵੇਂ ਅੱਗੇ ਵਧੇ ਨੇ ਉਸ ਤਰੀਕੇ ਦੇ ਨਾਲ ਖੇਤਰੀ ਪਾਰਟੀਆਂ ਦੇ ਲੀਡਰ ਵਧੇ। ਪਰ ਖੇਤਰੀ ਪਾਰਟੀਆਂ ਦੀ ਸਭ ਤੋਂ ਵੱਡੀ ਘਾਟ ਪਿਛਲੇ ਦੌਰ 'ਚ ਇਹ ਹੋਈ ਹੈ ਕਿ ਉਹ ਪਾਰਟੀਆਂ ਪਰਿਵਾਰਾਂ ਤੱਕ ਸਿਮਟੀਆਂ ਨੇ, ਤੇ ਉਹ ਪਾਰਟੀਆਂ ਦੇ ਜਿਹੜੇ ਮੁਖੀ ਨੇ, ਉਹ ਪਾਰਟੀਆਂ ਦੇ ਜਿਹੜੇ ਜਿਨ੍ਹਾਂ ਦਾ ਕਬਜ਼ਾ ਹੋ ਗਿਆ ਉਹਨਾਂ ਪਾਰਟੀਆਂ ਤੇ, ਉਹਨਾਂ ਦੇ ਬਹੁਤ ਸਾਰੇ ਬਿਜ਼ਨਸ ਨੇ, ਤੇ ਉਹਨਾਂ ਲਈ ਪ੍ਰਾਇਓਰਿਟੀ ਬਿਜ਼ਨਸ ਹੋ ਗਏ ਨੇ। ਉਹਨਾਂ ਲਈ ਪ੍ਰਾਇਓਰਿਟੀ ਰਾਜਨੀਤੀ ਉਨੀ ਨਹੀਂ ਆ। ਰਾਜਨੀਤੀ ਇਸ ਲਈ ਕਰਦੇ ਨੇ ਕਿ ਬਿਜ਼ਨਸ ਚਲਾਉਣਾ ਗਾ। ਮੈਂ ਸਾਰੀਆਂ ਪਾਰਟੀਆਂ ਦੀ ਗੱਲ ਕਰ ਰਿਹਾ, ਔਰ ਇਹਦੇ 'ਚ ਇਹ ਨਹੀਂ ਕਿ ਕਾਂਗਰਸ ਤੇ BJP ਤੋਂ ਮੁਕਤ ਨੇ।
ਕਾਂਗਰਸ ਤੇ ਬੀਜੇਪੀ ਦੇ ਬਹੁਤ ਸਾਰੇ ਲੋਕ ਹੀ ਕਰਦੇ ਨੇ, ਪਰ ਉਹਨਾਂ ਕੋਲ ਤਾਂ ਕਿਉਂਕਿ ਕਾਂਗਰਸ ਨੇ ਚ ਰਾਜ ਕੀਤਾ, ਬੀਜੇਪੀ ਕਰ ਰਹੀ ਹੈਗੀ। ਸਵਾਲ ਉਹਨਾਂ ਦਾ ਹੈਗਾ ਕਿ ਜਿਹੜੇ ਖੇਤਰੀ ਧਿਰਾਂ ਬੈਠੀਆਂ ਨੇ, ਔਰ ਖੇਤਰੀ ਧਿਰਾਂ ਦਾ ਮਜ਼ਬੂਤ ਹੋਣਾ ਮੈਂ ਤਾਂ ਮੰਨਦਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਖੇਤਰੀ ਪਾਰਟੀਆਂ ਦਾ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਇੱਕ ਬੈਲੈਂਸ ਦੇਖੋ, ਡੈਮੋਕ੍ਰੇਸੀ ਦੇ ਅੰਦਰ ਇੱਕ ਬੈਲੈਂਸ ਬਣਨਾ ਬਹੁਤ ਜ਼ਰੂਰੀ ਹੈਗਾ। ਜਦੋਂ ਖੇਤਰੀ ਪਾਰਟੀਆਂ ਮਜ਼ਬੂਤ ਹੋਣਗੀਆਂ ਤਾਂ ਸੈਂਟਰ ਵੀ ਬੈਲੈਂਸ ਰਹੇਗਾ। ਜੇ ਖੇਤਰੀ ਪਾਰਟੀਆਂ ਖਤਮ ਹੋ ਜਾਣਗੀਆਂ ਤਾਂ ਸੈਂਟਰ, ਜਿਵੇਂ ਕਹਿੰਦੇ ਨੇ, ਚੰਮਦੀਆਂ ਚਲਾਏਗਾ। ਇਸ ਕਰਕੇ ਖੇਤਰੀ ਪਾਰਟੀਆਂ ਮਜ਼ਬੂਤ ਤਾਂ ਹੋਣਗੀਆਂ ਜੇ ਖੇਤਰੀ ਪਾਰਟੀਆਂ 'ਚੋਂ ਜੁਰਤ ਹੋਏਗੀ, ਉਹ ਇਮਾਨਦਾਰੀ ਹੋਏਗੀ, ਲੜਨ ਦੀ ਇਮਾਨਦਾਰੀ ਹੋਏਗੀ। ਘੱਟੋ ਘੱਟ ਕਿ ਯਾਰ ਲੜਾਂਗੇ, ਤੁਸੀਂ ਜੋ ਕਰਨਾ ਕਰ ਲਓ। ਪਰ ਜਦੋਂ ਐਂ ਲੱਗਦਾ ਲੀਡਰਾਂ ਨੂੰ ਕਿ ਯਾਰ ਈਡੀ ਦੀ ਰੇਡ ਨਾ ਹੋ ਜੇ, CBI ਦੀ ਨਾ ਹੋ ਜੇ, ਆਹ ਨਾ ਘੇਰ ਲੇ, ਉਹ ਨਾ ਘੇਰ ਲੇ, ਤੇ ਉਹਦੇ 'ਚੋਂ ਫਿਰ ਉਹ ਉਸ ਰੂਪ ਦੇ ਲੜਦੇ ਵੀ ਨਹੀਂ ਗੇ ਜਿਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਇਹਨਾਂ ਸਾਰੀਆਂ ਪਾਰਟੀਆਂ ਨੇ, ਚਾਹੇ DMK ਦੇਖ ਲਓ, ਚਾਹੇ ਤੁਸੀਂ ਮੁਲਾਇਮ ਸਿੰਘ ਯਾਦਵ ਦੀ ਰਾਜਨੀਤੀ ਦੇਖ ਲਓ, ਸਮਾਜਵਾਦੀ ਪਾਰਟੀ ਦੀ, ਰਾਮਨਾਥ ਰਲੋਈਆ ਬਹੁਤ ਵੱਡੇ ਲੀਡਰ ਹੁੰਦੇ ਸੀਗੇ, ਉਹਨਾਂ ਦੇ ਚੇਲੇ ਸੀ ਇਹ। ਚਾਹੇ ਤੁਸੀਂ ਜੈ ਪ੍ਰਕਾਸ਼ ਨਾਰਾਇਣ ਦੇ ਚੇਲੇ ਨਤੀਸ਼ ਕੁਮਾਰ ਦੀ ਰਾਜਨੀਤੀ ਦੇਖ ਲਓ, ਚਾਹੇ ਤੁਸੀਂ ਲਾਲੂ ਯਾਦਵ, ਜੈ ਪ੍ਰਕਾਸ਼ ਨਾਰਾਇਣ ਦੇ ਚੇਲੇ ਸੀ, ਉਹ ਵੱਡੇ ਲੀਡਰ। 77 'ਚ ਜਨਤਾ ਦਲ ਦੀ ਸਰਕਾਰ ਬਣਦੀ ਹੈਗੀ। ਉਹ ਸਾਰੇ ਲੋਕ ਲੜੇ ਨੇ ਉਦੋਂ, ਉਹਨਾਂ 'ਚ ਪ੍ਰਕਾਸ਼ ਸਿੰਘ ਬਾਦਲ ਵੀ ਨੇ ਜਦੋਂ ਲੜੇ ਨੇ, ਪਰ ਹੁਣ ਉਹ ਪੀੜ੍ਹੀ ਵੀ ਨਹੀਂ ਰਹੀ, ਤੇ ਹੁਣ ਪੂਰੇ ਦਾ ਪੂਰਾ ਚਿਹਰਾ ਮੂਹਰੇ ਬਦਲ ਗਿਆ ਉਹਨਾਂ ਪਾਰਟੀਆਂ ਦਾ। ਇਸੇ ਕਰਕੇ ਉਹ ਹਾਸ਼ੀਏ ਤੇ ਨੇ। ਤੁਹਾਨੂੰ ਲੱਗਦਾ ਹੁਣ ਕਿ ਖੇਤਰੀ ਪਾਰਟੀਆਂ ਦੇ ਵਿੱਚ ਇਹਨਾਂ ਦਮ ਹੈ? ਦੀਦੀ ਨੇ ਤਾਂ ਦਮ ਦਿਖਾਤਾ, ਸਰਕਾਰ ਬਣਨ ਜਾ ਰਹੀ ਹੈ, ਖੇਤਰੀ ਪਾਰਟੀਆਂ ਦਮ ਦਿਖਾਉਣਗੀਆਂ। ਅਕਾਲੀ ਦਲ ਦਾ ਵੀ ਹਲੇ ਹਾਲ ਹੀ ਦੇ ਵਿੱਚ ਬੀਜੇਪੀ ਨਾਲ ਤੋੜ ਵਿਛੋੜਾ ਹੋਇਆ, 22 ਦੀਆਂ ਚੋਣਾਂ ਆ ਰਹੀਆਂ ਨੇ। ਖੇਤਰੀ ਪਾਰਟੀ ਅਕਾਲੀ ਦਲ ਕੀ ਲੱਗਦਾ 22 'ਚ ਮਮਤਾ ਦੀ ਤਰ੍ਹਾਂ ਚੋਣ ਲੜ ਸਕਦੀ ਹੈ? ਨਹੀਂ, ਲੜਨ ਨੂੰ ਕੀ ਹੈ, ਮੈਂ ਤਾਂ ਜਿਵੇਂ ਕਹਿ ਰਿਹਾ ਹੈਗਾ, ਸਾਡੇ ਲਈ ਤਾਂ ਇੱਕ ਪੱਤਰਕਾਰ ਦੇ ਤੌਰ ਦੇ ਉੱਤੇ ਜਾਂ ਇੱਕ ਅਦਾਰੇ ਦੇ ਤੌਰ ਦੇ ਉੱਤੇ ਜਾਂ ਇੱਕ ਮੀਡੀਆ ਦਾ ਇਹ ਕੰਮ ਆ, ਸਾਡੇ ਲਈ ਤਾਂ ਸਾਰੇ ਇੱਕੋ ਜਿਹੇ ਨੇ। ਕੋਈ ਵੀ ਪਾਰਟੀ ਸੱਤਾ 'ਚ ਆ ਸਕਦੀ ਹੈ, ਕੋਈ ਵੀ ਪਾਰਟੀ ਸੱਤਾ 'ਚੋਂ ਬਾਹਰ ਜਾ ਸਕਦੀ ਹੈ। ਸਾਡਾ ਕੰਮ ਤੇ ਉਹਨਾਂ ਨੂੰ ਰਿਪੋਰਟ ਕਰਨਾ, ਉਹਨਾਂ ਦੀ ਆਲੋਚਨਾ ਕਰਨਾ ਸਾਰਿਆਂ ਦੀ, ਹੈ ਨਾ। ਉਹਨਾਂ ਨੂੰ ਜਿੱਥੇ ਠੀਕ ਨੇ ਠੀਕ ਕਹਿਣਾ, ਜਿੱਥੇ ਗਲਤ ਨੇ ਗਲਤ ਕਹਿਣਾ। ਤੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਤਾਂ ਹੈ, ਇਹ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਨਹੀਂ ਹੈਗਾ। ਇਤਿਹਾਸ ਤੇ ਬੜਾ ਸੁਨਹਿਰੀ ਇਤਿਹਾਸ ਆ, ਬਹੁਤ ਸ਼ਾਨਦਾਰ ਇਤਿਹਾਸ ਆ। ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇਖੋਗੇ, ਔਰ ਉਦੋਂ ਤੱਕ ਵੀ, ਜਦੋਂ ਤੱਕ ਪ੍ਰਕਾਸ਼ ਸਿੰਘ ਬਾਦਲ ਬੜੇ ਐਕਟਿਵ ਰਹੇ ਨੇ। ਜੇ ਮੈਂ ਐਮਰਜੈਂਸੀ ਦਾ ਜ਼ਿਕਰ ਕਰ ਰਿਹਾ ਗਾ, ਜਿਵੇਂ ਮੈਂ ਉਦੋਂ ਵੀ ਜ਼ਿਕਰ ਕਰ ਰਿਹਾ ਕਿ ਜਦੋਂ ਸਾਰੀ ਲੜਾਈ ਸ਼ੁਰੂ ਹੁੰਦੀ ਹੈ, ਤੇ ਉਸ ਤੋਂ ਬਾਅਦ ਜਿਹੜਾ ਇਹ ਨਵਾਂ ਦੌਰ ਹੈਗਾ, ਨਵੇਂ ਦੌਰ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਆਪਣੇ ਪਰਿਵਾਰ ਤੱਕ ਸਿਮਟਿਆ, ਬਾਦਲ ਪਰਿਵਾਰ ਤੱਕ ਸਿਮਟਿਆ, ਉਹਦੇ ਤੋਂ ਬਾਅਦ ਬਹੁਤ ਸਾਰੇ ਜਿਹੜੇ ਬਾਕੀ ਪਾਰਟੀਆਂ 'ਚ ਵੀ ਔਗਣ ਆਏ, ਉਹ ਵੀ ਆਏ। ਇਹ ਬਿਲਕੁਲ ਵੀ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਰਿਵਾਈਵਲ ਨਹੀਂ ਹੋ ਸਕਦਾ, ਪਰ ਉਹਦੇ ਲਈ ਇਹੀ ਹੈਗਾ ਕਿ ਮਮਤਾ ਬੈਨਰਜੀ ਵਾਂਗੂ ਲੜ ਪਾਉਂਦੇ ਨੇ ਸੁਖਬੀਰ ਸਿੰਘ ਬਾਦਲ, ਕਿ ਮਮਤਾ ਬੈਨਰਜੀ ਵਰਗੀ ਕਮਿਟਮੈਂਟ ਸੁਖਬੀਰ ਬਾਦਲ 'ਚ ਹੋਊਗੀ। ਮਮਤਾ ਬੈਨਰਜੀ ਜਿੰਨਾ ਪਾਪੂਲਰ ਜਦੋਂ ਤੁਸੀਂ ਹੋਣਾ, ਉਦੋਂ ਹੀ ਹੋਵੋਗੇ ਜਦੋਂ ਤੁਸੀਂ ਲੋਕਾਂ ਨੂੰ ਲੱਗੂਗਾ ਕਿ ਆਹ ਲੀਡਰ ਖੜਾ ਤੇ ਸਾਡੇ ਲਈ ਲੜ ਰਿਹਾ ਹੈਗਾ। ਜਿਵੇਂ ਇਹ ਇੱਕ ਦੌਰ ਦੀਆਂ ਤਿੱਖੀਆਂ ਸਟੇਟਮੈਂਟਾਂ ਨੇ ਸੁਖਬੀਰ ਬਾਦਲ ਦੀਆਂ, ਕਿ ਇਹ ਇੰਨੇ ਤਿੱਖੇ ਰੂਪ, ਚਾਹੇ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ, ਜਿਹੜਾ ਉਹਨਾਂ ਨੇ ਕਿਹਾ ਕਿ ਬੀਜੇਪੀ ਟੁਕੜੇ ਟੁਕੜੇ ਗਏਗਾ। ਅਕਾਲੀ ਦਲ ਦੀ ਪੋਲਿਟਿਕਸ ਰਹੀ ਹੈ ਇਹ ਬੜੀ ਹੀ, ਮਤਲਬ ਹਰ ਅਕਾਲੀ ਦਲ ਉਹ ਪਾਰਟੀ ਸੀ ਜਿਹੜੀ ਹਰ ਗਰੀਬ, ਮਜ਼ਲੂਮ, ਹਰ ਉਹ ਲੋਕਾਂ ਦੇ ਨਾਲ ਖੜੀ ਹੁੰਦੀ ਰਹੀ ਹੈ। ਔਰ ਦੇਸ਼ ਦੇ ਅੰਦਰ ਜਿੱਥੇ ਵੀ ਕਿਤੇ ਧੱਕਾ ਹੁੰਦਾ, ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬੋਲਦਾ ਸੀ। ਪਰ ਧਾਰਾ 370 ਤੇ ਅਕਾਲੀ ਦਲ ਨਹੀਂ ਬੋਲਿਆ ਹੈਗਾ। ਕਸ਼ਮੀਰ ਨੂੰ ਯੂਟੀ ਬਣਾਇਆ ਗਿਆ, ਅਕਾਲੀ ਦਲ ਨਹੀਂ ਬੋਲਿਆ, ਔਰ ਪੁਰਾਣੇ ਹਵਾਲੇ ਦੇਣ ਲੱਗ ਗਿਆ ਸ਼੍ਰੋਮਣੀ ਅਕਾਲੀ ਦਲ ਕਿ ਦੇਖੋ ਜੀ ਅਸੀਂ ਤਾਂ ਉਦੋਂ ਵੀ ਇਹ ਮੰਗ ਕਰਦੇ ਸੀ ਸਿੱਖਾਂ ਕਰਕੇ। ਸਵਾਲ ਇਹ ਨਹੀਂਗਾ, ਸਵਾਲ ਟੋਟੈਲਿਟੀ ਦਾ। ਟੋਟੈਲਿਟੀ ਦੇ ਅੰਦਰ ਅਕਾਲੀ ਦਲ ਉਹ ਪਾਰਟੀ ਸੀ ਜਿਹੜੀ ਕਿਤੇ ਵੀ ਕੋਈ ਧੱਕਾ ਹੁੰਦਾ ਸੀ ਬੋਲਦੀ ਹੁੰਦੀ ਸੀ। ਤਾਂ ਜੇ ਕਸ਼ਮੀਰ ਦੇ ਉੱਤੇ ਉਹ ਹਮਲਾ ਹੋ ਰਿਹਾ ਗਾ ਤੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਲੜਾਈ ਤਾਂ ਤੁਸੀਂ ਲੜਦੇ ਹੀ ਸੀ ਨਾ। ਅਕਾਲੀ ਦਲ ਮੋਹਰੀ ਰਿਹਾ ਉਸ ਗੱਲ ਦਾ, ਰਾਜਾਂ ਦੇ ਅਧਿਕਾਰਾਂ ਦੀ ਲੜਾਈ ਦਾ। ਤਾਂ ਕਸ਼ਮੀਰ ਦੇ ਅੰਦਰ ਜਿਹੜੀ ਇਹ ਗੱਲ ਆ ਧਾਰਾ 370 ਦੀ ਜਾਂ ਯੂਟੀ ਬਣਾਉਣ ਦੀ ਗੱਲ, ਇਹ ਰਾਜਾਂ ਦੇ ਅਧਿਕਾਰਾਂ ਨਾਲ ਤਾਂ ਜੁੜੀ ਹੋਈ ਹੈ ਨਾ। ਫੈਡਰਲ ਸਟਰਕਚਰ ਦੇ ਅੰਦਰ ਰਾਜਾਂ ਦੇ ਅਧਿਕਾਰਾਂ ਦੇ ਨਾਲ ਤਾਂ ਇਹ ਗੱਲ ਜੁੜੀ ਹੋਈ ਸੀਗੀ। ਤਾਂ ਰਾਜਾਂ ਦੇ ਅਧਿਕਾਰਾਂ ਦੀ ਲੜਾਈ ਦੇ ਅੰਦਰ ਵੀ ਤੁਸੀਂ ਉਹ ਸਟੇਟਮੈਂਟ ਜਾਰੀ ਨਾ ਕਰਨਾ। ਤੇ ਇਸ ਕਰਕੇ ਜਦੋਂ ਉਹ ਧੜੱਲੇ ਦੇ ਨਾਲ ਅਕਾਲੀ ਦਲ ਸਟੈਂਡ ਲਊਗਾ, ਅਕਾਲੀ ਦਲ ਆਪਣੀ ਪੁਰਾਣੀ ਵਿਰਾਸਤ ਤੇ ਨਵੇਂ એનર્ਜੀ ਨੂੰ ਸਾਹਮਣੇ ਰੱਖ ਕੇ ਕੋਈ ਗੱਲ ਕਰੂਗਾ, ਤਾਂ ਯਕੀਨਨ ਅਕਾਲੀ ਦਲ ਦਾ ਰਿਵਾਈਵਲ ਕਿਉਂ ਨਹੀਂ ਹੋ ਸਕਦਾ, ਅਕਾਲੀ ਦਲ ਸੱਤਾ ਕਿਉਂ ਨਹੀਂ, ਪਰ ਆਊਗਾ ਉਦੋਂ ਜੇ ਵਾਕਈ ਅਕਾਲੀ ਦਲ ਦੇ ਅੰਦਰ, ਅਕਾਲੀ ਦਲ ਦੀ ਲੀਡਰਸ਼ਿਪ ਦੇ ਅੰਦਰ ਉਹ ਕਮਿਟਮੈਂਟ ਆ, ਜਿਹੜੀ ਮਮਤਾ ਬੈਨਰਜੀ ਵਾਲੀ ਕਮਿਟਮੈਂਟ ਕਹੀਏ, ਸੈਂਟਰ ਦੇ ਨਾਲ ਬਿਲਕੁਲ ਖਹਿਣ ਵਾਲੀ ਜਿਹੜੀ ਹੈਗੀ। ਇਹ ਨਹੀਂਗਾ ਕਿ ਕਿਸੇ ਰੇਡ ਤੋਂ ਡਰਨਾ, ਕਿਸੇ ਤੋਂ ਡਰਨਾ। ਜੇ ਉਸ ਧੜੱਲੇ ਦੇ ਨਾਲ, ਉਸ ਜੁਰਤ ਦੇ ਨਾਲ ਅਕਾਲੀ ਦਲ ਅੱਗੇ ਆਊਗਾ ਤਾਂ ਬਿਲਕੁਲ
ਕਿਉਂ ਨਹੀਂ ਇਹ ਤਸਵੀਰ ਬਦਲ ਸਕਦੀ? ਜੀ, ਤਾਂ ਜਿਵੇਂ ਕਿ ਭਾਜਪਾ ਦੇ ਵੱਲੋਂ ਤਾਂ ਹਿੰਦੂਤਵ ਦੇ ਨਾਅਰੇ ਵੀ ਦਿੱਤੇ ਗਏ ਸੀ, ਜੈ ਸ਼੍ਰੀ ਰਾਮ ਦੇ ਨਾਂ ਤੇ ਵੀ ਹਿੰਦੂਆਂ ਤੋਂ ਵੋਟ ਮੰਗੀ ਗਈ ਸੀਗੀ। ਪੀਐਮ ਮੋਦੀ ਦੇ ਵੱਲੋਂ 24 ਤੇ ਅਮਿਤ ਸ਼ਾਹ ਦੇ ਵੱਲੋਂ 27 ਰੈਲੀਆਂ ਕੀਤੀਆਂ ਗਈਆਂ ਸੀ, ਪਰ ਕੋਈ ਅਸਰ ਨਹੀਂ ਦਿਖਿਆ। ਸਾਰੇ ਜਿਹੜੇ ਦਾਅਵੇ ਸੀਗੇ ਫੇਲ ਹੋ ਗਏ। ਦੇਖੋ, ਦੋ ਉਹਨਾਂ ਨੂੰ ਲੱਗਦਾ ਸੀ ਉੱਥੇ ਮਟੂਆ ਦਲਿਤ ਇੱਕ ਕਮਿਊਨਿਟੀ ਹੈਗੀ, ਉਹਨਾਂ ਨੂੰ ਲੱਗਦਾ ਸੀਗਾ ਕਿ ਦਲਿਤ ਨੇ ਜਿਹੜੇ ਸਾਡੇ ਲਈ ਪੋਲਰਾਈਜ਼ ਹੋ ਜਾਣਗੇ, ਦਲਿਤਾਂ ਨੇ ਉਹਨਾਂ ਨੂੰ ਵੋਟਾਂ ਉਸ ਰੂਪ 'ਚ ਨਹੀਂ ਪਾਈਆਂ ਗਈਆਂ। ਉਹਨਾਂ ਨੂੰ ਲੱਗਦਾ ਸੀ ਆਦੀਵਾਸੀ ਸਾਡੇ ਲਈ ਪੋਲਰਾਈਜ਼ ਹੋ ਜਾਣਗੇ, ਧਰੁਵੀਕਰਨ ਹੋ ਜਾਊ ਆਦੀਵਾਸੀਆਂ ਦਾ। ਸਾਊਥ ਬੰਗਾਲ ਖਾਸ ਤੌਰ ਦੇ ਉੱਤੇ ਲਾਲਗੜ੍ਹ ਵਾਲਾ ਏਰੀਆ ਜਿਹੜਾ, ਆਦੀਵਾਸੀ ਵੀ ਵੰਡ ਕੇ ਪਏ। ਮੁਸਲਮਾਨ ਪੂਰੇ ਦੇ ਪੂਰੇ ਆਰਗੇਨਾਈਜ਼ ਹੋ ਕੇ ਮਮਤਾ ਬੈਨਰਜੀ ਨੂੰ ਪਏ। ਮਮਤਾ ਬੈਨਰਜੀ ਦਾ ਵੋਟ ਸ਼ੇਅਰ ਹੁਣ ਤੱਕ ਦਾ ਸਭ ਤੋਂ ਵੱਧ ਵੋਟ ਸ਼ੇਅਰ ਆ, ਹੁਣ ਤੱਕ ਦੀਆਂ ਸਭ ਤੋਂ ਵੱਧ ਸੀਟਾਂ ਨੇ। ਤੇ ਮਮਤਾ ਬੈਨਰਜੀ ਨੇ ਜਿਹੜੀ ਇਹ ਲੜਾਈ ਨੂੰ ਹਿੰਦੂ ਨੈਸ਼ਨਲਿਜ਼ਮ ਦੀ ਲੜਾਈ ਬਣਾ ਰਹੇ ਸੀ, ਯਾਨੀ ਏਜੰਡਾ ਮਮਤਾ ਨੇ ਸੈੱਟ ਕੀਤਾ, ਮਮਤਾ ਦੇ ਏਜੰਡੇ ਨੂੰ ਲੋਕਾਂ ਨੇ ਰਿਸਪੌਂਡ ਕੀਤਾ। ਯਾਨੀ ਲੋਕਲ ਇਸ਼ੂ ਕੀ ਨੇ, ਲੋਕਲ ਬੰਗਾਲ ਕੀ ਹੈ। ਜੈ ਬੰਗਲਾ ਦਾ ਨਾਰਾ ਤਾਂ ਇੱਕ ਗੱਲ ਆ, ਖੇਲਾ ਖਤਮ ਚੱਲ, ਇਹ ਤਾਂ ਇੱਕ ਸਿੰਬੋਲਿਕ ਨਾਰੇ ਸੀ, ਪਰ ਅਸਲ 'ਚ ਉਹ ਜਿਹੜੀ ਲੋਕਾਂ 'ਚ ਜਗਾਉਣੀ ਕਿ ਨਹੀਂ, ਬੰਗਾਲ ਉਹ ਆ ਜਿਹਨੇ ਵੰਡ ਦੇਖੀ ਹੋਈ ਹੈ 47 ਵੇਲੇ, ਦੋ ਵੰਡੇ ਗਏ, ਜਿਵੇਂ ਆਪਣਾ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਉੱਧਰ ਬੰਗਲਾਦੇਸ਼ ਬਣਿਆ ਬਾਅਦ 'ਚੋਂ ਉਹਨਾਂ ਦਾ ਦੂਜਾ ਬੰਗਾਲ। ਤੇ ਇਹ ਜਿਹੜੀ ਗੱਲ ਸੀਗੀ ਉੱਥੋਂ ਉਹਨਾਂ ਨੇ ਜਚਾਈ, ਉਸ ਪੂਰੀ ਪੋਲੀਟਿਕਸ ਦਾ ਕਾਟ ਕੀਤਾ, ਬੀਜੇਪੀ ਦੀ ਪੋਲੀਟਿਕਸ ਦਾ ਕਾਟ ਕਰਕੇ ਇਹ ਜਗਾਇਆ ਕਿ ਨਹੀਂ। ਉੱਥੋਂ ਦਾ ਤੁਸੀਂ ਦੇਖੋ, ਸਭ ਤੋਂ ਜ਼ਿਆਦਾ ਬ੍ਰਾਹਮਣ ਕਮਿਊਨਿਟੀ ਜਿਹੜੀ ਹਮੇਸ਼ਾ ਬਹੁਤੀ ਵਾਰ ਬੀਜੇਪੀ ਨਾਲ ਚਲੀ ਜਾਂਦੀ, ਹਿੰਦੂ ਕਮਿਊਨਿਟੀ 50% ਮਮਤਾ ਬੈਨਰਜੀ ਨੂੰ ਪੈਂਦੀ ਹੈਗੀ, ਮੁਸਲਮਾਨ ਵਰਗ ਉੱਥੋਂ ਪੈਂਦਾ ਹੈਗਾ, ਹਰ ਕਮਿਊਨਿਟੀ ਮਮਤਾ ਦੇ ਨਾਲ ਖੜੀ ਹੋ ਜਾਂਦੀ ਹੈਗੀ। ਇਹ ਤਾਕਤ ਉਹ ਲੀਡਰ ਦੀ ਹੁੰਦੀ ਹੈ ਜਦੋਂ ਲੀਡਰ ਤੇ ਤੁਹਾਨੂੰ ਯਕੀਨ ਹੁੰਦਾ ਹੈਗਾ। ਜਦੋਂ ਐਡੀ ਵੱਡੀ ਫੋਰਸ ਲੜਨ ਆਉਂਦੀ ਹੈ ਤਾਂ ਲੀਡਰ ਦੇ ਉੱਤੇ ਲੋਕਾਂ ਦਾ ਯਕੀਨ ਹੋਣਾ ਚਾਹੀਦਾ। ਇਸੇ ਕਰਕੇ ਮੈਂ ਕਹਿ ਰਿਹਾ ਖੇਤਰੀ ਪਾਰਟੀਆਂ ਜਦੋਂ ਤੱਕ ਆਊਟ ਆਫ ਬਾਕਸ ਨਹੀਂ ਸੋਚਦੀਆਂ, ਜੇ ਉਹੀ ਪੁਰਾਣਾ ਟ੍ਰੈਡੀਸ਼ਨ, ਪੁਰਾਣੇ ਸਲਾਹਕਾਰ, ਪੁਰਾਣੀਆਂ ਗੱਲਾਂ ਸਾਰੀਆਂ, ਯਾਨੀ ਜੋ ਇੱਕ ਪ੍ਰੈਕਟਿਸ 'ਚ ਰਹੀਆਂ ਨੇਗੀਆਂ ਹੁਣ ਤੱਕ ਦੀਆਂ 10 ਸਾਲਾਂ ਦੀ 15 ਸਾਲਾਂ ਦੀ ਜਿਨ੍ਹਾਂ ਦੀ ਵੀ ਰਾਜਨੀਤੀ ਹੈ, ਤੁਹਾਨੂੰ ਆਊਟ ਆਫ ਬਾਕਸ ਸੋਚਣਾ ਪੈਣਾ ਗਾ। ਤੁਹਾਨੂੰ ਉਹ ਵਿਸ਼ਵਾਸ ਲੋਕਾਂ 'ਚ ਬਹਾਲ ਕਰਨਾ ਪੈਣਾ, ਔਰ ਕੁਛ ਚੀਜ਼ਾਂ ਜੁਰਤ ਦੇ ਨਾਲ ਐਕਸਪੈਰੀਮੈਂਟ ਦੇ ਤੌਰ 'ਤੇ ਵੀ ਕਰਨੀਆਂ ਪੈਣੀਆਂ। ਚਲੋ ਐਕਸਪੈਰੀਮੈਂਟ ਕਰਦੇ ਹਾਂ, ਫੇਲ ਹੋ ਜਾਵਾਂਗੇ ਤਾਂ ਕੀ ਹੈ। ਐਕਸਪੈਰੀਮੈਂਟ ਦੇ ਨਾਲ ਜਦੋਂ ਰਾਜਨੀਤੀ ਤਾਂ ਹਮੇਸ਼ਾ ਤਜਰਬਾ ਹੈ, ਰਾਜਨੀਤੀ ਜਿਹੜਾ ਤਜਰਬਾ ਸਫਲ ਹੋ ਜਾਂਦਾ ਉਹੀ ਰਾਜਨੀਤੀ ਸਭ ਤੋਂ ਵੱਡੀ ਐਗਜ਼ਾਮਪਲ ਬਣਦਾ ਗਾ। ਤੇ ਉਹ ਕਰਨ ਵਾਲੇ 'ਚ ਜੁਰਤ ਚਾਹੀਦੀ ਹੈ। ਕੋਈ ਸਟੇਟਮੈਂਟ ਕਈ ਵਾਰ ਬੰਦੇ ਨੂੰ ਲੱਗਦਾ ਹੁੰਦਾ ਮੈਂ ਦੇਵਾਂ ਜਾਂ ਨਾ ਦੇਵਾਂ, ਜੇ ਦੇ ਤੱਕ ਤੇ ਮੇਰਾ ਨੁਕਸਾਨ ਹੀ ਨਾ ਹੋ ਜਾਵੇ, ਪਰ ਉਹੀ ਸਟੇਟਮੈਂਟ ਕਈ ਵਾਰ ਬੰਦੇ ਨੂੰ ਬਹੁਤ ਵੱਡਾ ਲੀਡਰ ਬਣਾਉਂਦੀ ਹੈ। ਤੇ ਇਸ ਕਰਕੇ ਇਹ ਜਿਹੜੀ ਚੀਜ਼ ਆ ਕਿ ਇਹ ਖੇਤਰੀ ਪਾਰਟੀਆਂ ਦੇ ਲੀਡਰ ਜਿਹੜੇ ਨੇ ਉਹ ਮਤਲਬ ਨਤੀਸ਼ ਕੁਮਾਰ ਤੋਂ ਲੈ ਕੇ, ਨਤੀਸ਼ ਕੁਮਾਰ ਨੂੰ ਖਤਮ ਕਰਤਾ ਬੀਜੇਪੀ ਨੇ, ਲਾਲੂ ਯਾਦਵ ਤੋਂ ਲੈ ਕੇ, ਮੁਲਾਇਮ ਸਿੰਘ ਤੋਂ ਲੈ ਕੇ ਸੁਖਬੀਰ ਬਾਦਲ ਤੱਕ, ਕੀ ਇਹ ਆਊਟ ਆਫ ਬਾਕਸ ਪੋਲੀਟਿਕਸ ਕਰਨਗੇ? ਕੀ ਉਹ ਜਿਹੜੀ ਖਾਕਿਆਂ ਦੀ ਰਾਜਨੀਤੀ ਹੁਣ ਤੱਕ ਦੀ ਉਹਨਾਂ ਦੀ ਸਮਝ ਆ ਉਹ 'ਚੋਂ ਬਾਹਰ ਆ ਕੇ ਐਕਸਪੈਰੀਮੈਂਟ ਦੀ ਪੋਲੀਟਿਕਸ ਵੀ ਕਰਨਗੇ? ਤਾਂ ਮੈਨੂੰ ਲੱਗਦਾ ਉਹਦੇ ਤੇ ਬਹੁਤ ਸਾਰਾ ਕੁਝ ਟਿਕਿਆ ਹੋਇਆ ਕਿ ਉਹ ਵੱਖਰੇ ਤਰੀਕੇ ਦੇ ਨਾਲ ਸੋਚਣਗੇ, ਕਿ ਉਹ ਵਿਸ਼ਵਾਸ ਕਰਕੇ ਲੋਕਾਂ ਦੇ ਉੱਤੇ ਉਸ ਤਰੀਕੇ ਨਾਲ ਜਾਣਗੇ ਲੋਕਾਂ 'ਚ ਕਿ ਹਾਂ ਅਸੀਂ ਇਸ਼ੂ ਦੇ ਉੱਤੇ ਲੜਾਈਆਂ ਲੜ ਕੇ ਪੂਰੀਆਂ ਇੱਕ ਉਸ ਤਰ੍ਹਾਂ ਦੀਆਂ ਲੜਾਈਆਂ ਲੜਨ। ਤੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਜਿਵੇਂ ਮਮਤਾ ਬੈਨਰਜੀ ਕੱਲ੍ਹ ਹੀ ਜਿੱਤਿਆ ਤੇ ਕੱਲ੍ਹ ਹੀ ਉਹਨਾਂ ਨੇ ਕਹਿ ਦਿੱਤਾ ਕਿ ਕਰੋਨਾ ਦੇ ਖਿਲਾਫ ਉਹ ਜੰਗ ਜਿਹੜੀ ਹੈ ਸ਼ੁਰੂ ਕਰਨਗੇ। ਪਹਿਲਾਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਗੇ। ਕਿ ਖੇਤਰੀ ਪਾਰਟੀਆਂ ਨੂੰ ਇਹ ਵੀ ਦੇਖਣਾ ਚਾਹੀਦਾ ਨਾ, ਜਿਵੇਂ ਤੁਸੀਂ ਗੱਲ ਕੀਤੀ ਵੀ ਉਹਨਾਂ ਦੇ ਹਿਸਾਬ ਨਾਲ ਚੱਲਣਾ ਪਏਗਾ ਜਿੱਦਾਂ ਉਹਨਾਂ ਨੇ ਜਿਸ ਦਮ ਤੇ ਚੋਣ ਲੜੀ ਹੈ। ਤੇ ਉਹਨਾਂ ਨੇ ਸਿੱਧੇ ਤੌਰ ਤੇ ਅੱਜ ਹੀ ਕਹਿ ਦਿੱਤਾ ਕਿ ਲੋਕਾਂ ਦੇ ਲਈ ਉਹ ਖੜੇ ਨੇ, ਮਤਲਬ ਪਹਿਲੇ ਦਿਨ ਹੀ ਚੋਣ ਜਿੱਤੇ ਨੇ ਤੇ ਨਾਲ ਦੀ ਨਾਲ ਹੀ ਲੋਕਾਂ ਦੀ ਗੱਲ ਕੀਤੀ ਹੈ, ਸਧਾਰਨ ਜ਼ਿੰਦਗੀ ਵੀ ਜਿਉਂਦੇ ਨੇ। ਆਪਾਂ ਪਹਿਲਾਂ ਵੀ ਜਿਵੇਂ ਗੱਲ ਵੱਡੀ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ ਜਿਹੜੀ ਹੁੰਦੀ ਹੈ ਨਾ, ਜਿਹੜਾ ਲੜਨ ਵਾਲੇ ਲੋਕ ਹੁੰਦੇ ਨੇ, ਲੜਨ ਵਾਲੇ ਦੇਖੋ ਲੋਕਾਂ ਨੂੰ ਐ ਲੱਗਣਾ ਚਾਹੀਦਾ। ਜਿਹੜੀ ਮੈਂ ਤੁਹਾਨੂੰ ਇੱਕ ਗੱਲ ਕਰਾਂ, ਲੋਕਾਂ ਨੂੰ ਜਦੋਂ ਤੱਕ ਲੱਗਦਾ ਨਹੀਂ ਇਹ ਗੱਲ, ਤੁਸੀਂ ਚਾਹੇ ਜਿੰਨੀ ਮਰਜ਼ੀ ਚਾਹੀ ਚਲੋ, ਜਦੋਂ ਤੱਕ ਲੋਕਾਂ ਨੂੰ ਲੱਗਦਾ ਨਹੀਂ ਕਿ ਰੀਅਲੀ ਇਹ ਸਾਡੇ ਲਈ ਲੜਨ ਵਾਲਾ ਲੀਡਰ ਆ, ਲੋਕਾਂ ਨੂੰ ਅਹਿਸਾਸ ਹੋਣਾ ਚਾਹੀਦਾ ਯਾਰ ਇਹ ਲੀਡਰ ਆ, ਇਹ ਸਾਡੇ ਲਈ ਲੜੂਗਾ, ਇਹ ਸਾਡਾ ਜਿਹੜਾ ਲੜੂਗਾ ਉਹੀ ਲੀਡਰ ਆ। ਇਹ ਗੱਲ ਤੈਅ ਆ, ਜਿਹੜਾ ਲੜਦਾ ਲੀਡਰ ਉਹੀ ਹੈਗਾ। ਇਹ ਚਾਹੇ ਮਿਡੇਵਲ ਹਿਸਟਰੀ ਚਲੇ ਜਾਓ, ਚਾਹੇ ਮਾਡਰਨ ਹਿਸਟਰੀ ਦੇਖ ਲਓ, ਪੂਰੇ ਇਤਿਹਾਸ ਦੀਆਂ ਉਦਾਹਰਨਾਂ ਚੱਕ ਕੇ ਦੇਖ ਲਓ, ਜਿਹੜਾ ਲੜਦਾ ਲੀਡਰ ਉਹ ਆਗਾ। ਜੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜੇ, ਮਮਤਾ ਬੈਨਰਜੀ ਕੱਲ ਮੁੱਖ ਮੰਤਰੀ ਬਣਨ ਸਰ ਕਹਿੰਦੇ ਆ ਜੇ ਵੈਕਸੀਨ ਨਾ ਆਈ ਮੈਂ ਧਰਨੇ ਤੇ ਬਹਿ ਜੂ, ਮੈਂ ਅੰਦੋਲਨ ਕਰੂੰਗੀ। ਕਿੱਡੀ ਵੱਡੀ ਸਟੇਟਮੈਂਟ ਆ ਇਹ, ਮਤਲਬ ਇਹ ਉਹਦੀ ਰਾਜਨੀਤੀ ਹੈ। ਮਮਤਾ ਬੈਨਰਜੀ ਦੀ USP ਇਹ ਆ, ਮੁੱਖ ਮੰਤਰੀ ਬਣਦੇ ਹੀ ਪਹਿਲੇ ਦਿਨ, ਯਾਨੀ ਮੁੱਖ ਮੰਤਰੀ ਦੀ ਪਾਰੀ ਤਾਂ ਸ਼ੁਰੂ ਹੀ ਆ ਨਾ ਕੱਲ ਤੋਂ, ਬਣਨਾ ਆਫੀਸ਼ੀਅਲੀ ਚਲੋ ਬਾਅਦ ਚ ਹੋਊ, ਪਹਿਲੇ ਦਿਨ ਹੀ ਜਿੱਤ ਕੇ ਇਹ ਸਟੇਟਮੈਂਟ ਆਉਂਦੀ ਆ ਜੇ ਵੈਕਸੀਨ ਨਾ ਆਈ ਮੈਂ ਅੰਦੋਲਨ ਕਰੂੰਗੀ। ਨਹੀਂ ਬੰਦਾ ਕਹਿੰਦਾ ਅੱਜ ਜਿੱਤੇ ਆ, ਚਲੋ ਹਨੀਮੂਨ ਪੀਰੀਅਡ ਕਿਹਾ ਜਾਂਦਾ ਇਹਨੂੰ ਰਾਜਨੀਤੀ 'ਚ, ਜਸ਼ਨ ਮਨਾਇਆ ਰਾਜਨੀਤੀ ਦਾ ਹਨੀਮੂਨ ਪੀਰੀਅਡ ਹੁੰਦਾ ਹੈ ਵੀ ਚਲੋ ਯਾਰ 10-20 ਦਿਨ ਮਹੀਨਾ ਤੁਸੀਂ ਆਰਾਮ ਨਾਲ ਸ਼ਾਂਤ ਰਹੋ, ਆਮ ਤੌਰ ਤੇ ਰਾਜਨੀਤੀ 'ਚ ਕਿਹਾ ਜਾਂਦਾ ਕਿ ਹਨੀਮੂਨ ਪੀਰੀਅਡ ਆ। ਪਰ ਮਮਤਾ ਪਹਿਲੇ ਦਿਨ ਹੀ ਕਹਿੰਦੇ ਅੰਦੋਲਨ ਕਰੂੰਗੀ। ਕਿਉਂ? ਕਿਉਂਕਿ ਇਹੀ ਮਮਤਾ ਦੀ ਰਾਜਨੀਤੀ ਹੈ। ਇਹੀ ਮਮਤਾ ਨੂੰ ਪਤਾ ਕਿ ਮੇਰੇ ਨਾਲ ਬੰਗਾਲ ਤਾਂ ਖੜਾ ਜੇ ਮੇਰੇ 'ਚ ਜ਼ਰੂਰਤ ਆ,
ਪੰਜਾਬ ਵੀ ਹਮੇਸ਼ਾ ਉਸੇ ਬੰਦੇ ਨਾਲ ਖੜਾ ਹੁੰਦਾ ਰਿਹਾ ਜਿਹੜਾ ਉਹਨੂੰ ਲੱਗਦਾਗਾ ਕਿ ਇਹ ਲੜੂਗਾ। ਜਿਹੜਾ ਲੜਦਾ ਉਹ ਲੀਡਰ। ਅੱਜ ਕਿਸਾਨ ਲੜ ਰਹੇ ਨੇ, ਲੀਡਰ ਕੌਣ ਨੇ? ਕਿਸਾਨ ਨੇ। ਜੀ। ਕੱਲ ਨੂੰ ਕੋਈ ਹੋਰ ਲੜ ਰਿਹਾ ਹੋਊਗਾ, ਉਹ ਲੀਡਰ ਹੋਊਗਾ। ਜਦੋਂ ਬਾਦਲ ਲੜ ਰਹੇ ਸੀ, ਬਾਦਲ ਲੀਡਰ ਸੀਗੇ। ਜਦੋਂ ਕੈਪਟਨ ਲੜੇ 84 ਦੇ ਅੰਦਰ ਲੜੇ, ਚਾਹੇ ਪਾਣੀਆਂ ਦੇ ਮਸਲੇ ਤੇ ਲੜੇ, ਉਹਨਾਂ ਨੂੰ ਲੋਕਾਂ ਨੇ ਲੀਡਰ। ਜਦੋਂ ਲੋਕਾਂ ਨੂੰ ਲੱਗਦਾਗਾ ਕਿ ਕੋਈ ਵੀ ਬੰਦਾ ਜਿਹੜਾ ਸਾਡੇ ਲਈ ਖੜਾ ਹੈਗਾ ਤੇ ਲੜ ਰਿਹਾ ਹੈਗਾ, ਉਹ ਉਹਨੂੰ ਆਪਣਾ ਲੀਡਰ ਮੰਨਦੇ ਨੇ। ਤਾਂ ਉਹ ਲੜਨ ਦੀ ਇਮਾਨਦਾਰੀ ਕਿੰਨੀ ਆ? ਉਹ ਲੜਨਾ ਕਈ ਵਾਰ ਝੂਠਾ ਲੜਾਈ ਚੱਲਦੀ ਰਹਿੰਦੀ, ਉਹ ਨਹੀਂ। ਸਭ ਨੂੰ ਪਤਾ ਹੁੰਦਾ ਅੱਜ ਕੱਲ੍ਹ ਤੇ ਬਹੁਤ ਪਤਾ ਲੱਗ ਗਿਆ ਹੁਣ ਰਾਜਨੀਤੀ। ਪਹਿਲਾਂ ਵਾਲਾ ਮੈਂ ਤਾਂ ਹੀ ਕਹਿੰਦਾ ਤੁਹਾਨੂੰ ਆਊਟ ਆਫ ਬਾਕਸ ਸੋਚਣਾ ਪਊਗਾ। ਪਹਿਲਾਂ ਵਾਲਾ ਕੰਮ ਨਹੀਂ ਰਿਹਾ ਹੁਣ, ਕਿ ਪਹਿਲਾਂ ਤੁਸੀਂ ਕਰੀ ਜਾਂਦੇ ਸੀਗੇ ਤੇ ਲੋਕਾਂ ਨੂੰ ਸੈਟਿੰਗਾਂ ਵੀ ਹੁੰਦੀਆਂ ਸੀ, ਸਟੇਟਮੈਂਟਾਂ ਵੀ ਗਿਣ ਕੇ ਦੇ ਦਿੰਦੇ ਸੀ। ਹੁਣ ਲੋਕਾਂ 'ਚ ਬਹੁਤ ਸਪਸ਼ਟਤਾ ਆਈ ਹੈਗੀ, ਯਾਨੀ ਇੱਕ ਹਿੱਸੇ 'ਚ ਆਈ ਹੈ। ਜੇ ਮੈਂ ਕਹਾਂ ਉਹ ਹਿੱਸਾ ਵਾ ਜਿਹੜਾ ਓਪੀਨੀਅਨ ਮੇਕਰ ਹੈਗਾ। ਇਲੈਕਸ਼ਨ ਕਦੇ ਨਾ ਵਿਚਾਰਾ ਬਹੁਤ ਗਰੀਬ ਬੰਦਾ ਇੰਟਰਸਟ ਲੈ ਰਿਹਾ ਹੁੰਦਾ, ਨਾ ਬਹੁਤ ਅਲੀਟ ਲੈ ਰਿਹਾ ਹੁੰਦਾ। ਇਲੈਕਸ਼ਨ ਦੇ ਅੰਦਰ ਓਪੀਨੀਅਨ ਮੇਕਰ ਮਿਡਲ ਕਲਾਸ ਹੁੰਦੀ ਆ, ਇੱਕ ਹਿੱਸਾ ਹੁੰਦਾ ਸਮਾਜ ਦਾ ਜਿਹੜਾ ਓਪੀਨੀਅਨ ਮੇਕਰ ਹਿੱਸਾ ਗਾ। ਜਦੋਂ ਉਹ ਕੋਈ ਓਪੀਨੀਅਨ ਸੈੱਟ ਕਰ ਦਿੰਦਾ ਗਾ, ਯਾਨੀ ਮਮਤਾ ਜੇ ਜਿੱਤੇ ਨੇ ਤਾਂ ਉਸਨੇ ਸੈੱਟ ਕੀਤਾ ਓਪੀਨੀਅਨ। ਯਾਨੀ ਤੁਸੀਂ ਆਪਣੇ ਕੇਡਰ ਤੋਂ, ਜਿਵੇਂ ਹੁਣ ਅਕਾਲੀ ਦਲ ਆ, ਮੰਨ ਲਓ ਉਹਨਾਂ ਦੀਆਂ ਰੈਲੀਆਂ 'ਚ ਉਹਨਾਂ ਦੀ ਬੰਦੇ ਆਉਣਗੇ, ਕਾਂਗਰਸ ਦੀਆਂ ਰੈਲੀਆਂ 'ਚ ਕਾਂਗਰਸ ਦੇ ਬੰਦੇ, ਮਮਤਾ ਦੀ ਰੈਲੀਆਂ 'ਚ ਆਉਣ। ਇਹ ਕੋਈ ਵੱਡੀ ਗੱਲ ਨਹੀਂ। ਤੁਹਾਡੇ ਬੰਦੇ ਤੁਹਾਡੇ ਨਾਲ ਨੇ, ਮੇਰੇ ਬੰਦੇ ਮੇਰੇ ਨਾਲ ਨੇ। ਸਵਾਲ ਇਹ ਹੈਗਾ ਕਿ ਮੈਂ ਜਿਹੜੇ ਇੱਥੇ ਵਿਚਾਲੇ ਬੈਠੇ ਨੇ, ਜਿਹੜੇ ਤੁਹਾਡੇ ਤੇ ਮੇਰੇ ਤੋਂ ਬਿਨਾਂ ਨੇ, ਕੀ ਮੈਂ ਉਹਨਾਂ ਨੂੰ ਕਨਵਿੰਸ ਕਰ ਪਾਉਣਾ ਜਿਹੜੇ ਨਿਰਪੱਖ ਨੇ ਵੀ ਯਾਰ ਅਕਾਲੀ ਦਲ ਨੂੰ ਵੋਟ ਪਾਈਏ ਕਿ ਕਾਂਗਰਸ ਨੂੰ? ਇੱਕ ਤਾਂ ਪੱਕੇ ਨੇ, ਪੱਕੇ ਅਕਾਲੀ, ਪੱਕੇ ਕਾਂਗਰਸੀ, ਜਿਹੜੇ ਕੱਟੜ ਫੈਨ ਨੇ, ਸੁਖਬੀਰ ਬਾਦਲ ਦੇ ਕੱਟੜ ਫੈਨ ਤੇ ਕੈਪਟਨ ਦੇ ਕੱਟੜ ਫੈਨ। ਉਹਨਾਂ ਕੱਟੜ ਫੈਨਾਂ ਤੋਂ ਬਿਨਾਂ ਜਿਹੜੇ ਦੂਜੇ ਹੁੰਦੇ ਨੇ, ਉਹ ਜਿੱਧਰ ਨੂੰ ਝੁਕਦੇ ਨੇ ਸਰਕਾਰ ਉਹਨਾਂ ਦੀ ਬਣਦੀ ਹੈਗੀ। ਤਾਂ ਉਹ ਸਮਝ ਆ ਜਿਹੜੀ, ਉਹ ਜਿਹੜੀ ਗੱਲ ਆ ਗਈ, ਉਹ ਪੈਦਾ ਕਰਨੀ ਉਹਦੀ ਹੁੰਦੀ ਹੈ ਜਦੋਂ ਉਹ ਓਪੀਨੀਅਨ ਮੇਕਰ ਲੋਕ ਨੇ, ਜਿਹੜੇ ਨੈਰੇਟਿਵ ਨੂੰ ਬਿਲਡ ਕਰਦੇ ਨੇ, ਜਿਹੜੇ ਨੈਰੇਟਿਵ ਸੈੱਟ ਕਰਦੇ ਨੇ। ਜਦੋਂ ਉਹ ਹੋ ਜਾਂਦਾ, ਉਹ ਉਦੋਂ ਹੀ ਹੁੰਦਾ ਗਾ ਜਦੋਂ ਕਿਸੇ ਲੀਡਰ ਬਾਰੇ ਲੱਗਦਾ ਗਾ ਕਿ ਇਹ ਲੀਡਰ ਸਾਡੀ ਲੜਾਈ ਲੜੂਗਾ, ਸਾਡੇ ਹੱਕਾਂ ਦੀ ਲੜਾਈ ਲੜੂਗਾ, ਇਹ ਸਾਨੂੰ ਪਿਆਰ ਕਰੂਗਾ, ਇਹ ਸਾਡੇ ਲਈ ਮਰ ਜਾਊਗਾ, ਇਹ ਸਾਡੇ ਲਈ ਪਹਿਲਾਂ ਗਾ ਤੇ ਉਹਦੇ ਪਰਿਵਾਰ ਲਈ ਬਾਅਦ ਚੋਂ ਆਗਾ। ਜਦੋਂ ਇਹ ਅਹਿਸਾਸ ਹੋ ਜਾਂਦਾ ਤਾਂ ਫਿਰ ਲੋਕ ਨਾਲ ਖੜੇ ਹੁੰਦੇ ਨੇ। ਮਮਤਾ ਨਾਲ ਇਸੇ ਕਰਕੇ ਖੜੇ ਆ ਲੋਕ। ਕੀ ਲੱਗਦਾ ਇਸ ਪੂਰੇ ਦੌਰ ਦੇ ਵਿੱਚ ਕਾਂਗਰਸ ਆਪਣਾ ਵਕਾਰ ਗਵਾ ਰਹੀ ਹੈ? ਕਿਉਂਕਿ ਕੇਂਦਰ ਪੱਧਰ ਤੇ ਖੇਤਰੀ ਪੱਧਰ ਤੇ ਵੀ ਪਾਰਟੀ ਜਿਹੜੀ ਚੋਣ ਲੜਦੀ ਹੈ, ਕਾਂਗਰਸ ਬਾਰੇ ਕੀ ਕਹਿਣਾ ਤੁਹਾਡਾ? ਦੇਖੋ, ਕਾਂਗਰਸ ਦੇ ਤਾਂ ਰਿਵਾਈਵਲ ਦਾ ਸਭ ਤੋਂ ਵੱਡਾ ਸਵਾਲ ਆ। ਇਹ ਤਾਂ ਲੱਗਦਾ ਨਹੀਂ ਹੈਗਾ ਕਿ 2024 ਚ ਉਹਨਾਂ ਦਾ ਰਿਵਾਈਵਲ ਹੋ ਜਾਏਗਾ। ਤਾਂ ਕਾਂਗਰਸ ਦੇ ਲਈ ਤਾਂ ਕਾਂਗਰਸ ਤਾਂ ਬਹੁਤ ਵੱਡੇ ਸੰਕਟ ਚੋਂ ਗੁਜ਼ਰ ਰਹੀ ਹੈ, ਕਿਉਂਕਿ ਬੀਜੇਪੀ ਨੇ ਜਿਸ ਤਰੀਕੇ ਨਾਲ ਵਿਸਥਾਰ ਕੀਤਾ ਦੇਸ਼ ਦੇ ਅੰਦਰ, ਔਰ ਜਿਸ ਤਰੀਕੇ ਦੀ ਪੋਲਿਟਿਕਸ ਕੀਤੀ ਆ, ਕਾਂਗਰਸ ਨੇ ਕਦੇ ਇਮੈਜਿਨ ਨਹੀਂ ਕੀਤੀ ਸੀ। ਤੇ ਉਹਦਾ ਵੀ ਹੱਲ ਇੱਕੋ ਹੀ ਹੈਗਾ, ਕਿਉਂਕਿ ਕਾਂਗਰਸ ਕੋਲੇ ਕੋਈ ਲੜਨ ਵਾਲਾ ਉਸ ਤਰ੍ਹਾਂ ਦਾ ਚਿਹਰਾ ਹੀ ਨਹੀਂ ਆ। ਦੇਖੋ, ਰਾਹੁਲ ਗਾਂਧੀ, ਇਹ ਨਹੀਂ ਗਾ ਕਿ ਰਾਹੁਲ ਗਾਂਧੀ ਕੋਲ ਸਮਝ ਨਹੀਂ ਹੈਗੀ, ਰਾਹੁਲ ਗਾਂਧੀ ਨਹੀਂ ਲੜਦੇ, ਪਰ ਉਹ ਜਿਸ ਤਰੀਕੇ ਨਾਲ ਲੜ ਰਹੇ ਨੇ, ਬੀਜੇਪੀ ਨੂੰ ਇਸ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਜਾ ਸਕਦਾ। ਬੀਜੇਪੀ ਦੀ ਤਾਕਤ ਆਰਐਸਐਸ ਆ। ਆਰਐਸਐਸ ਦੀ ਪੈਨੀਟ੍ਰੇਸ਼ਨ ਪਿੰਡਾਂ, ਸ਼ਹਿਰਾਂ, ਹਰ ਥਾਂ ਦੇ ਉੱਤੇ ਹੈਗੀ। ਜਦੋਂ ਤੱਕ ਤੁਸੀਂ ਸੰਗਠਨ ਦੀ ਰਾਜਨੀਤੀ ਨਹੀਂ ਕਰਦੇ, ਜਦੋਂ ਤੱਕ ਤੁਸੀਂ ਜਥੇਬੰਦੀ ਦੀ ਰਾਜਨੀਤੀ ਨੂੰ ਮਜ਼ਬੂਤ ਨਹੀਂ ਕਰਦੇ, ਜਦੋਂ ਤੱਕ ਤੁਹਾਡਾ ਇੱਕ ਆਪਣਾ ਕੇਡਰ, ਜਿਸ ਤਰੀਕੇ ਨਾਲ ਦੇਖੋ ਵੋਟਾਂ ਪੈਂਦੀਆਂ ਨੇ ਕਾਂਗਰਸ ਨੂੰ ਵੀ, ਪਰ ਸਵਾਲ ਇਹ ਹੈ ਕਿ ਜਦੋਂ ਤੱਕ ਉਹ ਤਾਕਤ ਨਹੀਂ ਆਉਂਦੀ ਜਥੇਬੰਦਕ ਰੂਪ 'ਚ ਉੱਪਰੋਂ ਲੈ ਕੇ ਥੱਲੇ ਤੱਕ, ਤੁਸੀਂ ਆਪਣੀ ਪਾਰਟੀ ਨੂੰ ਇਹ ਅਹਿਸਾਸ ਨਾ ਕਰਾ ਸਕੋ, ਪਹਿਲਾਂ ਤੁਹਾਡਾ ਹੀ ਕੇਡਰ ਤੁਹਾਨੂੰ ਲੀਡਰ ਨਾ ਮੰਨਦਾ ਹੋਵੇ, ਤੁਹਾਡਾ ਹੀ ਕੇਡਰ ਤੁਹਾਡੇ ਤੋਂ ਕਨਵਿੰਸ ਨਾ ਹੋਵੇ, ਦੂਜਿਆਂ ਨੂੰ ਕੀ ਕਰੋਗੇ? ਤਾਂ ਕਾਂਗਰਸ ਦੀ ਇਸ ਟਾਈਮ ਸਭ ਤੋਂ ਵੱਡੀ ਜੇ ਸਮੱਸਿਆ ਆਪਾਂ ਦੇਖੀਏ, ਉਹ ਲੀਡਰਸ਼ਿਪ ਦੀ ਪ੍ਰੋਬਲਮ ਵੀ ਕਾਂਗਰਸ 'ਚ ਹੈ। ਯਾਨੀ ਉਸ ਤਰੀਕੇ ਨਾਲ, ਹਾਲਾਂਕਿ ਪ੍ਰਿੰਕਾ ਨੂੰ ਕਿਹਾ ਜਾਂਦਾ ਕਿ ਪ੍ਰਿੰਕਾ ਮਾਸ ਲੀਡਰ ਹੋ ਜਾਣਗੇ ਯੂਪੀ ਦੇ ਅੰਦਰ, ਪ੍ਰਿੰਕਾ ਯੂਪੀ 'ਚ ਉਤਰਨਗੇ, ਲੜਨਗੇ, ਤੇ ਉਹ ਕੰਬੀਨੇਸ਼ਨ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਪਰ ਕਾਂਗਰਸ ਇਸ ਟਾਈਮ ਬਹੁਤ ਸਭ ਤੋਂ ਮਾੜੇ ਦੌਰ 'ਚੋਂ ਗੁਜ਼ਰ ਰਹੀ ਹੈ ਆਪਣੇ, ਤੇ ਪਾਰਟੀਆਂ ਗੁਜ਼ਰਦੀਆਂ ਨੇ, ਬਹੁਤ ਸਾਰੀਆਂ ਪਾਰਟੀਆਂ ਆਪਣੇ ਮਾੜੇ ਤੋਂ ਮਾੜੇ ਦੌਰਾਂ 'ਚੋਂ ਗੁਜ਼ਰੀਆਂ ਨੇ, ਔਰ ਚੰਗੇ ਤੇ ਚੰਗੇ ਦੌਰਾਂ 'ਚ ਬਾਅਦ 'ਚੋਂ ਆਈਆਂ ਨੇ। ਇਹ ਨਹੀਂ ਹੈਗਾ ਕਿ ਉਹ ਇੱਕ ਦੌਰ ਮਾੜਾ ਗਾ ਤੇ ਅੱਗੇ ਉਹ ਨਹੀਂ, ਪਰ ਸਵਾਲ ਇਹੀ ਹੈਗਾ ਕਿ ਤੁਸੀਂ ਕਿੰਨੀ ਜੁਰਤ ਦੇ ਨਾਲ, ਜਿਵੇਂ ਮੈਂ ਕਹਿਣਾ, ਤੇ ਕਿੰਨੀ ਜਿਹੜੀ ਇਹ ਸਮਝ ਆ ਗਈ ਕਿ ਆਪਣੀ ਜਿਹੜੀ ਜਥੇਬੰਦੀ ਹੈ, ਆਪਣਾ ਜਿਹੜਾ ਨੈਰੇਟਿਵ ਆ, ਆਪਣੀ ਜਿਹੜੀ ਗੱਲ ਹੈ, ਉਹ ਕਿਸ ਤਰੀਕੇ ਦੇ ਨਾਲ ਤੁਸੀਂ ਥੱਲੇ ਤੱਕ ਜਾ ਕੇ ਵਿਚਾਰਕ ਲੈਵਲ ਦੇ ਉੱਤੇ, ਦੇਖੋ ਆਰਐਸਐਸ ਇੱਕ ਵਿਚਾਰ ਹੈ, ਚਾਹੇ ਉਹਦੇ ਨਾਲ ਤੁਸੀਂ ਉਹਦੇ ਖਿਲਾਫ ਹੋ, ਇੱਕ ਵੱਖਰੀ ਗੱਲ ਹੈ, ਤੁਸੀਂ ਉਹਨੂੰ ਪਸੰਦ ਨਹੀਂ ਕਰਦੇ, ਪਰ ਉਹ ਵਿਚਾਰਕ ਲੜਾਈ ਉਹਨੂੰ ਵਿਚਾਰਕ ਲੈਵਲ ਤੇ ਦਿੱਤੀ ਜਾ ਸਕਦੀ ਹੈ। ਕਾਂਗਰਸ ਦੀ ਇਸ ਟਾਈਮ ਸਭ ਤੋਂ ਵੱਡੀ ਸਮੱਸਿਆ ਇਹੀ ਹੈ ਕਿ ਜਿਹੜੀ ਇੱਕ ਨਹਿਰੂ ਦਾ ਦੌਰ ਹੈ, ਡਿਸਕਵਰੀ ਆਫ ਇੰਡੀਆ ਲਿਖ ਰਹੇ ਨੇ ਨਹਿਰੂ, ਬਹੁਤ ਸ਼ਾਨਦਾਰ ਉਹਨਾਂ ਨੇ ਕਿਤਾਬ ਨਹਿਰੂ ਦੀ ਡਿਸਕਵਰੀ ਆਫ ਇੰਡੀਆ, ਤੇ ਦੂਜੇ ਪਾਸੇ ਅੱਜ ਕਾਂਗਰਸ ਵਿਚਾਰਕ ਤੌਰ ਦੇ ਉੱਤੇ ਇੱਕ ਖਤਮ ਪਾਰਟੀ ਹੈ। ਆਰਐਸਐਸ ਵਰਗੀ ਧਿਰ ਜਿਹੜੀ ਤੁਹਾਡੇ ਸਾਹਮਣੇ ਖੜੀ ਆ, ਉਹਦੇ ਕੋਲੇ ਗਰਾਊਂਡ ਦੀ ਫੋਰਸ ਵੀ ਹੈ, ਉਹਦੇ ਕੋਲ ਵਿਚਾਰ ਵੀ ਹੈ, ਉਹਦੇ ਕੋਲੇ ਸਾਧਨ ਵੀ ਨੇ, ਉਹਦੇ ਕੋਲ ਸਰਕਾਰ ਵੀ ਹੈ, ਤੇ ਤੁਹਾਡੇ ਕੋਲੇ ਵਿਚਾਰ ਨਹੀਂ ਹੈਗਾ, ਜਿਹੜਾ ਸਭ ਤੋਂ ਬੇਸਿਕ ਗੱਲ ਆ। ਵਿਚਾਰ ਦੇ ਲੈਵਲ ਤੇ ਤੱਕ ਕਾਂਗਰਸ
ਨਹੀਂ ਮਾਤ ਦੇਗੀ ਬੀਜੇਪੀ ਨੂੰ, ਯਾਨੀ ਵਿਚਾਰਕ ਤੌਰ ਤੇ ਕਾਊਂਟਰ ਨਹੀਂ ਕਰ ਪਾਏਗੀ, ਉਦੋਂ ਤੱਕ ਉਹ ਵਿਚਾਰਕ ਲੈਵਲ ਦੇ ਉੱਤੇ ਸਿਰਫ ਸੋਸ਼ਲ ਵਾਲਾ ਮਸਲਾ ਨਹੀਂਗਾ ਜਾਂ ਸੋਸ਼ਲ ਮੀਡੀਆ ਤੇ ਹੋ ਗਿਆ ਜੀ, ਆਹ ਹੋ ਗਿਆ, ਵਿਚਾਰਕ ਲੈਵਲ ਤੇ ਲੋਕਾਂ ਚੋਂ ਗੱਲ ਲੈ ਕੇ ਜਾਣਾ ਕਿ ਆਈਡੀਆ ਆਫ ਇੰਡੀਆ ਕੀ ਹੈਗਾ। ਜਦੋਂ ਤੱਕ ਬੀਜੇਪੀ ਦੇ ਉਸ ਵਿਚਾਰ ਨੂੰ ਕਾਊਂਟਰ ਕਰਨ ਦੀ ਤਾਕਤ ਰਾਹੁਲ ਗਾਂਧੀ 'ਚ ਨਹੀਂ ਆਉਂਦੀ, ਵਿਚਾਰ ਨੂੰ ਕਾਊਂਟਰ ਕਰਨ ਦੀ ਪੋਲਿਟਿਕਸ ਕਾਂਗਰਸ ਕੋਲੇ ਨਹੀਂ ਆਉਂਦੀ, ਉਦੋਂ ਤੱਕ ਫਿਰ ਤੁਸੀਂ ਉਹਨੂੰ ਮਾਤ ਨਹੀਂ ਦੇ ਸਕੋਗੇ। ਇਹੀ ਖੇਤਰੀ ਪਾਰਟੀਆਂ ਦੇ ਸੰਦਰਭ 'ਚ ਆ, ਵਿਚਾਰਕ ਲੈਵਲ ਦੇ ਉੱਤੇ ਵੀ ਕਾਊਂਟਰ ਕਰਨ ਦੀ ਲੋੜ ਆ ਮਮਤਾ ਵਾਂਗੂ, ਔਰ ਟੈਕਟਸ ਵੀ ਹੁੰਦੇ ਨੇ। ਜਿਵੇਂ ਮਮਤਾ ਨੇ ਕਹਿਤਾ ਹਾਂ ਮੈਂ ਤਾਂ ਬ੍ਰਾਹਮਣ ਆ, ਮੇਰੇ ਤੋਂ ਵੱਡਾ ਹਿੰਦੂ ਕੌਣ ਆ, ਉਹ ਟਾਈਮਲੀ ਗੱਲਾਂ ਹੁੰਦੀਆਂ ਨੇ, ਰਾਜਨੀਤੀ 'ਚ ਹੁੰਦਾ ਗਾ ਨਹੀਂ ਤੁਸੀਂ ਮਾਤ ਖਾ ਜਾਓਗੇ। ਪਰ ਨਾਲ ਦੀ ਨਾਲ ਇੱਕ ਵਿਚਾਰਕ ਤੌਰ ਦੇ ਉੱਤੇ ਜਾਣਾ, ਜਥੇਬੰਦਕ ਰੂਪ ਜਾਣਾ, ਔਰ ਜੁਰਤ ਦੇ ਨਾਲ, ਇਮਾਨਦਾਰੀ ਦੇ ਨਾਲ। ਜਦੋਂ ਤੁਸੀਂ ਇਮਾਨਦਾਰ ਹੋਵੋਗੇ ਨਾ, ਫਿਰ ਤੁਹਾਨੂੰ ਦੱਸਣ ਦੀ ਲੋੜ ਨਹੀਂ ਮੈਂ ਇਮਾਨਦਾਰ ਹਾਂ। ਜਿਹੜਾ ਬੰਦਾ ਇਮਾਨਦਾਰ ਹੁੰਦਾ ਉਹ ਦੱਸਦਾ ਨਹੀਂਗਾ ਮੈਂ ਇਮਾਨਦਾਰ ਹਾਂ। ਮੇਰਾ ਇੱਕ ਛੋਟਾ ਜਿਹਾ ਉਹ ਸਵਾਲ, ਲੋਕਾਂ ਨੂੰ ਆਪ ਹੀ ਪਤਾ ਲੱਗ ਜਾਂਦਾ। ਆਖਰੀ ਸਵਾਲ, ਕਿ ਮਮਤਾ ਵੱਖ-ਵੱਖ ਧਿਰਾਂ ਨੂੰ ਇੱਕ ਮੰਚ ਤੇ ਇਕੱਠਾ ਕਰ ਪਾਉਣਗੇ, ਅਹਿਮ ਭੂਮਿਕਾ ਨਿਭਾ ਇਹ ਸਕਦੇ ਹੋ ਨੇ? ਸਕਦਾਗਾ, ਇਹ ਕੰਸੋਲੀਡੇਸ਼ਨ ਮੈਨੂੰ ਤੇ ਪਤਾ ਲੱਗਿਆਗਾ ਕਿ ਹੋ ਸਕਦਾ ਹੈ ਪ੍ਰਸ਼ਾਂਤ ਕਿਸ਼ੋਰ ਨੇ ਇਸੇ ਕਰਕੇ ਕੁਇਟ ਕੀਤਾ। ਹੋ ਸਕਦਾ ਪ੍ਰਸ਼ਾਂਤ ਕਿਸ਼ੋਰ ਆਉਣ ਵਾਲੇ ਦਿਨਾਂ ਜਿਹੜਾ 2024 ਦਾ ਫਰੰਟ ਬਣਨਾ, ਖੇਤਰੀ ਪਾਰਟੀਆਂ ਦਾ ਇੱਕ ਫਰੰਟ, ਮਤਲਬ ਚਾਹੇ ਉਹ 'ਚ ਕਾਂਗਰਸ ਵੀ ਲੈ ਆਉਣ, ਯਾਨੀ ਕਾਂਗਰਸ ਦੀ ਅਗਵਾਈ 'ਚ ਬਣ ਜੇ, ਮਮਤਾ ਦੀ ਅਗਵਾਈ 'ਚ ਬਣ ਜੇ, ਹੋ ਸਕਦਾ ਹੈ ਉਹਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਹੋਣ ਤੇ ਉਹਦਾ ਸੈਂਟਰ ਮਮਤਾ ਬੈਨਰਜੀ ਹੋਣ, ਯਾਨੀ ਉਹਦਾ ਐਪਿਕ ਸੈਂਟਰ ਮਮਤਾ ਬੈਨਰਜੀ ਹੋਣ, ਬਾਕੀ ਉਹਦੇ ਆਲੇ ਦੁਆਲੇ ਫੋਰਸਸ ਹੋਣ। ਤਾਂ ਮਮਤਾ ਬੈਨਰਜੀ ਚਿਹਰਾ ਵੀ ਹੋ ਸਕਦੇ ਨੇ 2024 ਦੇ ਲਈ, ਕਿਉਂਕਿ ਕਾਂਗਰਸ ਨੂੰ ਲੋਕਾਂ ਨੇ 2 ਵਾਰ ਦੇਖ ਲਿਆ। ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਇਹ ਸਹਿਮਤੀ ਬਣ ਸਕਦੀ ਹੈ। ਔਰ ਕਾਂਗਰਸ ਨੂੰ ਜਿਸ ਤਰ੍ਹਾਂ ਦਾ ਝਟਕਾ ਬੰਗਾਲ 'ਚ ਲੱਗਿਆ, ਹੋਰਾਂ ਥਾਵਾਂ ਤੇ ਲੱਗ ਰਿਹਾ ਹੈਗਾ, ਤਾਂ ਕੋਈ ਵੱਡੀ ਗੱਲ ਨਹੀਂ ਕਾਂਗਰਸ ਵੀ ਇਹ ਕਹਿ ਦੇ ਕਿ ਹਾਂ ਭਾਈ ਅਸੀਂ ਛੋਟੀ ਫੋਰਸ ਹਾਂ, ਤੁਸੀਂ ਅੱਗੇ ਆ ਜਾਓ। ਕਿਉਂਕਿ ਸਭ ਦੀ ਲੜਾਈ ਇਹ ਤਾਂ ਰਹੂਗੀ ਕਿ ਮੋਦੀ ਹਾਰਨ। ਤਾਂ 2024 ਦੀ ਲੜਾਈ 'ਚ ਲੱਗਦਾ ਗਿਆ ਕਿ ਪ੍ਰਸ਼ਾਂਤ ਕਿਸ਼ੋਰ ਨੇ ਜਿਹੜਾ ਕੁਇਟ ਕਰਨ ਦੀ ਗੱਲ ਕਹੀ ਹੈ, ਉਹ ਵੈਸੇ ਨਹੀਂ ਕਿ ਇਹੋ ਜਿਹਾ ਬੰਦਾ ਜਿਹਨੇ ਇੰਨਾ ਵੱਡਾ ਸਟੇਕ ਇਸ ਗੱਲ 'ਚ ਹੋਵੇ, ਉਹ ਕਦੇ ਵੀ ਸੰਨਿਆਸ ਲੈ ਕੇ ਜਾ ਕੇ ਪਹਾੜਾਂ 'ਚ ਤਾਂ ਬੈਠਣ ਨਹੀਂ ਲੱਗਿਆ ਵੀ ਉਹ ਬਾਬਾ ਬਣ ਜਾਊਗਾ ਕੋਈ। ਉਹ ਤੇ ਕੋਈ ਗੱਲ ਛੱਡੂਗਾ ਤਾਂ ਉਦੋਂ ਵੱਡੀ ਗੱਲ ਲਈ ਛੱਡੂ, ਜਿੰਨੀ ਉਹ ਕਰ ਰਿਹਾ ਉਹ ਤੋਂ ਛੋਟੀ ਗੱਲ ਲਈ ਤਾਂ ਨਹੀਂ ਛੱਡੂਗਾ ਨਾ, ਉਹ ਤੋਂ ਵੱਡੀ ਗੱਲ ਕਰਨ ਲਈ ਛੱਡੂ। ਤਾਂ ਲੱਗਦਾ ਹੀ ਹੈ ਵੀ ਪ੍ਰਸ਼ਾਂਤ ਕਿਤੇ ਇਹ ਨਾ ਹੋਵੇ ਸਾਰੇ ਧੜੇ ਦੇ ਤੇ ਮਮਤਾ ਬੈਨਰਜੀ ਉਹਦਾ ਚਿਹਰਾ ਹੋਣਾ। ਹੋ ਸਕਦਾ, ਜ਼ਰੂਰੀ ਨਹੀਂ ਇਹ ਹੋਊਗਾ, ਐ ਹੋ ਸਕਦਾ, ਪਰ ਇਹ 100% ਆ ਕਿ ਆਉਣ ਵਾਲੇ ਦਿਨਾਂ 'ਚ ਰੀਜਨਲ ਫੋਰਸਸ ਨੇ ਜਿਹੜੀਆਂ, ਉਹਨਾਂ ਦੀ ਕੰਸੋਲੀਡੇਸ਼ਨ 101% ਹੋਏਗੀ ਜੀ। ਤਾਂ ਪੱਛਮੀ ਬੰਗਾਲ ਦੇ ਨਤੀਜਿਆਂ ਤੋਂ ਤਾਂ ਇਹੀ ਹੁੰਦਾ ਹੈ ਕਿ ਖੇਤਰੀ ਪਾਰਟੀਆਂ ਨੇ ਜਿਹੜੀਆਂ ਜੇ ਆਪਣੇ ਦਮ ਤੇ ਚੋਣ ਲੜਨਗੀਆਂ ਤਾਂ ਪੱਛਮੀ ਬੰਗਾਲ ਵਰਗੇ ਨਤੀਜੇ ਕਿਸੇ ਵੀ ਸੂਬੇ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ। ਪਰ ਪਾਰਟੀਆਂ ਨੂੰ ਜ਼ਮੀਨੀ ਪੱਧਰ ਤੇ ਲੋਕਾਂ ਦੇ ਨਾਲ ਜੁੜਨਾ ਪਵੇਗਾ, ਜਿਵੇਂ ਕਿ ਮਮਤਾ ਬੈਨਰਜੀ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਸਨ।